ਖਾਸ ਕਰਕੇ ਲੇਡੀਜ਼ ਦੇ ਨਾਲ ਸੰਬੰਧ ਰੱਖਦਾ, ਕਿਉਂਕਿ ਲੇਡੀਜ਼ ਨੂੰ ਬਿਮਾਰੀ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ, ਉਹ ਸਮੱਸਿਆ ਜ਼ਿਆਦਾ ਆਉਂਦੀ ਹੈ। ਮਾਈਗ੍ਰੇਨ, ਡਿਪਰੈਸ਼ਨ, ਭੁੱਲਣ ਦੀ ਸਮੱਸਿਆ, ਸਰਵਾਈਕਲ ਦੀ ਪ੍ਰੋਬਲਮ, ਇਹਦੇ ਨਾਲ ਜੁੜੀਆਂ ਹੋਈਆਂ ਬ੍ਰੇਨ ਦੇ ਵਿੱਚ ਪਿਟਿਊਟਰੀ ਗਲੈਂਡ ਅਤੇ ਹਾਈਪੋਥੈਲੇਮਸ ਗਲੈਂਡ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਜਿਹੜੀਆਂ ਅਜਿਹੀਆਂ ਹੈਗੀਆਂ ਨੇ, ਬਿਨਾਂ ਕੁਝ ਖਾਧੇ ਪੀਤੇ ਤੋਂ ਸਿਰਫ ਪੁਆਇੰਟ ਦੱਬ ਕੇ ਆਕੂਪ੍ਰੈਸ਼ਰ ਦੇ ਨਾਲ ਚੋਬਾ ਮਾਰ ਕੇ। ਇਹ ਜਿਹੜੇ ਹੱਥ ਆ, ਕਿਉਂਕਿ ਵਾਇਰ ਇੱਥੇ ਆ ਕੇ ਖਤਮ ਹੋਈ ਸਵਿਚ ਬੋਰਡ, ਇਹ ਸਾਡੇ ਸਵਿਚ ਲੱਗੇ ਹੋਏ ਆ ਸਾਰੇ ਹੱਥ, ਮਤਲਬ ਸਾਰੇ ਸਰੀਰ ਦਾ ਸਵਿਚ ਬੋਰਡ ਆ ਤੇ ਸਵਿਚ ਲੱਗੇ ਹੋਏ ਆ। ਉਹ ਸਵਿਚ ਕਿਹੜੇ, ਉਹ ਪੁਆਇੰਟ ਹੁੰਦੇ ਆ। ਉਹ ਪੁਆਇੰਟਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਉਹ ਪੁਆਇੰਟਾਂ ਦਾ ਪਤਾ, ਤੁਸੀਂ ਇੱਥੇ ਪ੍ਰੈਸ ਕਰੋ। ਕਿਉਂਕਿ ਇੱਥੇ ਸ਼ੁਰੂ ਹੋ ਕੇ ਸਾਡੀ ਬੋਡੀ ਤਾਂ ਇੱਥੇ ਜਾ ਕੇ ਖਤਮ ਹੁੰਦੀ ਆ। ਇਸੇ ਤਰ੍ਹਾਂ ਬੋਡੀ ਦੇ ਵਿੱਚ ਜਦੋਂ ਅਸੀਂ ਫੂਡ ਖਾਂਦੇ ਆ ਜਾਂ ਕੋਈ ਵੀ ਭੋਜਨ ਕਰਦੇ ਆ ਤਾਂ ਉਹਦੇ ਵਿੱਚੋਂ ਟੌਕਸਿਨ ਹੁੰਦੇ ਆ, ਕਿਉਂਕਿ ਜ਼ਹਿਰ ਹੁੰਦੇ ਸਾਡੇ। ਹੁਣ ਇੱਥੇ ਉਹ ਸਾਰੇ ਟੌਕਸਿਨ ਜਾਂ ਤਾਂ ਸਾਡੀ ਜਿੱਥੇ ਬੋਡੀ ਖਤਮ ਹੋ ਰਹੀ ਆ, ਪੈਰਾਂ 'ਚ ਖਤਮ ਹੋ ਰਹੀ, ਜਾਂ ਤਾਂ ਹੱਥਾਂ ਦੇ ਵਿੱਚ, ਉੱਥੇ ਜਾ ਕੇ ਜੰਮ ਜਾਂਦੇ ਆ ਅਤੇ ਉਹ ਔਰਗਨ ਦੇ ਹਰ ਇੱਕ ਨਸ ਦੇ ਉਹ ਕ੍ਰਿਸਟਲ ਬਣ ਜਾਂਦੇ ਆ। ਜਦੋਂ ਅਸੀਂ ਉਹ ਪੁਆਇੰਟ ਪ੍ਰੈਸ ਕਰਨਾ ਸ਼ੁਰੂ ਕਰਦੇ ਆ ਅਤੇ ਉੱਥੇ ਤੁਸੀਂ ਵੀ ਕਰਕੇ ਦੇਖ ਲਿਓ। ਇਸ ਪ੍ਰਕਾਰ ਜਦੋਂ ਤੁਸੀਂ ਕਰਦੇ ਰਹੋਗੇ, ਕੁਛ ਪੁਆਇੰਟ ਜਦੋਂ ਤੁਸੀਂ ਕਰਨਾ ਸ਼ੁਰੂ ਕਰੋਗੇ, ਅਲੱਗ ਪੇਨ ਫੀਲ ਹੋਊਗਾ। ਸੋ ਉਹ ਕ੍ਰਿਸਟਲ ਨੂੰ ਖੋਲ੍ਹਣ ਦੇ ਲਈ ਜਦੋਂ ਤੁਸੀਂ ਪ੍ਰੈਸ਼ਰ ਪਾਉਂਦੇ ਆ ਤਾਂ ਉੱਥੇ ਉਹ ਕ੍ਰਿਸਟਲ ਖੁਰਨੇ ਸ਼ੁਰੂ ਹੋ ਜਾਂਦੇ ਆ, ਟੌਕਸਿਨ ਨਿਕਲਣੇ ਸ਼ੁਰੂ ਹੋ ਜਾਂਦੇ ਆ ਅਤੇ ਉਹ ਬਲੋਕੇਜ ਜਿਹੜੀ ਆਈ ਹੁੰਦੀ ਬਲੱਡ ਦੀ ਐਨਰਜੀ ਨੂੰ, ਜਿਨ੍ਹਾਂ ਨੇ ਬਲੋਕ ਕੀਤਾ ਹੁੰਦਾ, ਉਹ ਐਨਰਜੀ ਦਾ ਫਲੋ ਬਣ ਜਾਂਦਾ। ਡਿਪਰੈਸ਼ਨ ਦੀ ਅੱਜ ਕੱਲ੍ਹ ਬਹੁਤ ਹੀ ਕਾਮਨ ਜੀ ਪ੍ਰੋਬਲਮ ਆ ਚੁੱਕੀ ਆ, ਕਿਉਂਕਿ ਮਾਹੌਲ ਵੀ ਸਟਰੈਸਫੁੱਲ ਆ ਅਤੇ ਆਪਾਂ ਦਵਾਈਆਂ ਲੈਂਦੇ ਆ। ਦਵਾਈਆਂ ਦੇ ਨਾਲ ਤੁਸੀਂ ਕੁਛ ਟਾਈਮ ਦੇ ਲਈ ਇਵੇਂ ਹੋ ਜਾਂਦੇ ਆ ਕਿ ਸਾਨੂੰ ਦਰਦ ਹੀ ਕੋਈ ਨਹੀਂ ਫੀਲ ਹੋ ਰਿਹਾ, ਬਟ ਕੁਛ ਟਾਈਮ ਬਾਅਦ ਫਿਰ ਉਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਸੋ ਹੁਣ ਮੰਨ ਲਓ ਤੁਸੀਂ ਇਹ ਬ੍ਰੇਨ ਆ, ਇਸ ਜਗ੍ਹਾ 'ਤੇ ਤੁਸੀਂ ਇਸ ਪ੍ਰਕਾਰ ਦੇ ਨਾਲ ਪ੍ਰੈਸ਼ਰ ਪਾ ਸਕਦੇ ਆ, ਜਾਂ ਤੁਸੀਂ ਕੋਈ ਵੀ ਨਕੀਲੀ ਚੀਜ਼ ਲੈ ਕੇ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਸ਼ੁਰੂ। ਜਦੋਂ ਤੁਸੀਂ ਇੱਥੇ ਕੁਛ ਪੁਆਇੰਟਾਂ 'ਤੇ ਕੁਛ ਡਿਫਰੈਂਟ ਜਿਹਾ ਦਰਦ ਫੀਲ ਹੋਊਗਾ, ਇਹਨੂੰ ਬ੍ਰੇਨ ਹੀ ਮੰਨਣਾ। ਇਹ ਤੁਹਾਡਾ ਸਿਰ ਆ, ਠੀਕ ਆ ਜੀ, ਇਹ ਤੁਹਾਡਾ ਸਾਰਾ ਜੇ ਸਾਈਡਾਂ 'ਤੇ ਹੋ ਰਿਹਾ ਉਸ ਪ੍ਰਕਾਰ ਦੇ, ਇਹ ਸਾਰੇ ਨੂੰ ਤੁਸੀਂ ਪ੍ਰੈਸ ਕਰਨਾ ਇਸ ਏਰੀਆ। ਆਪਣੀਆਂ 3 ਉਂਗਲੀਆਂ ਛੱਡ ਕੇ, ਆਪਣੇ ਮਰੀਜ਼ ਦੀਆਂ ਜਿਹੜੀ ਹੈਗੀ ਆ 3 ਉਂਗਲੀਆਂ ਛੱਡ ਕੇ ਜਿਹੜਾ ਪੁਆਇੰਟ ਆਉਂਦਾ ਹੈ, ਸੋ ਇਹ ਜਗ੍ਹਾ ਹੁੰਦੀ ਆ, ਇਹ ਜਗ੍ਹਾ, ਇਹ ਵਾਲੀ ਤੁਸੀਂ ਦੇਖੋ, ਇਹ ਵਾਲੀ, ਇਹਨੂੰ ਪ੍ਰੈਸ ਕਰਨਾ ਸ਼ੁਰੂ ਕਰਨਾ। ਇਹ ਵੀ ਡਿਪਰੈਸ਼ਨ, ਸਟਰੈਸ, ਐਂਜ਼ਾਈਟੀ ਜੋ ਵੀ ਹੋਵੇ ਇਹਦੇ ਵਿੱਚ ਕੰਮ ਕਰਦਾ ਹੈ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਗਗਨਦੀਪ ਸਿੰਘ ਜੀ ਆਕੂਪ੍ਰੈਸ਼ਰ ਦੇ ਮਾਹਰ ਨੇ। ਇੱਕ ਵਾਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਇਆ, ਅਤੇ ਅੱਜ ਦਾ ਜਿਹੜਾ ਵਿਸ਼ਾ ਉਹ ਇੱਕ ਅਜਿਹਾ ਵਿਸ਼ਾ ਹੈ ਜਿਹੜਾ ਕਿ ਖਾਸ ਕਰਕੇ ਲੇਡੀਜ਼ ਦੇ ਨਾਲ ਸੰਬੰਧ ਰੱਖਦਾ, ਕਿਉਂਕਿ ਲੇਡੀਜ਼ ਨੂੰ ਬਿਮਾਰੀ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ, ਉਹ ਸਮੱਸਿਆ ਜ਼ਿਆਦਾ ਆਉਂਦੀ ਹੈ। ਮਾਈਗ੍ਰੇਨ, ਡਿਪਰੈਸ਼ਨ, ਭੁੱਲਣ ਦੀ ਸਮੱਸਿਆ, ਸਰਵਾਈਕਲ ਦੀ ਪ੍ਰੋਬਲਮ, ਇਹਦੇ ਨਾਲ ਜੁੜੀਆਂ ਹੋਈਆਂ ਬ੍ਰੇਨ ਦੇ ਵਿੱਚ ਪਿਟਿਊਟਰੀ ਗਲੈਂਡ ਅਤੇ ਹਾਈਪੋਥੈਲੇਮਸ ਗਲੈਂਡ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਜਿਹੜੀਆਂ ਅਜਿਹੀਆਂ ਹੈਗੀਆਂ ਨੇ, ਜਿਹੜੀਆਂ ਕਿ ਅੱਜ ਡਿਸਕਸ ਕਰਨ ਜਾ ਰਹੇ ਹਾਂ। ਬਿਨਾਂ ਦਵਾਈ ਤੋਂ, ਬਿਨਾਂ ਕੁਝ ਖਾਧੇ ਪੀਤੇ ਤੋਂ, ਸਿਰਫ ਪੁਆਇੰਟ ਦੱਬ ਕੇ ਆਕੂਪ੍ਰੈਸ਼ਰ ਦੇ ਨਾਲ ਚੋਬਾ ਮਾਰ ਕੇ। ਗਗਨਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਕੁਲਵੰਤ ਸਿੰਘ ਜੀ, ਤੁਸੀਂ ਫਿਰ ਇੱਕ ਬਹੁਤ ਹੀ ਵਧੀਆ ਟੌਪਿਕ 'ਤੇ ਤੁਸੀਂ ਸਾਨੂੰ ਡਿਸਕਸ ਕੀਤੀ ਕਿ ਅਸੀਂ ਇਹ ਚੀਜ਼ ਨੂੰ ਅੱਜ ਲੈ ਕੇ ਆਈਏ। ਸੋ ਹਾਂਜੀ, ਇੱਕ ਚੀਜ਼ ਦੱਸੋ ਕਿ ਪਿਚੂਟਰੀ ਗਲੈਂਡ ਜਿਹੜਾ ਹੈ, ਪਿਚੂਟਰੀ, ਹਾਈਪੋਥੈਲੇਮਸ ਅਤੇ ਪਾਈਨੀਅਲ ਗਲੈਂਡ, 3 ਗਲੈਂਡ ਨੇ ਜਿਹੜੀ ਪੂਰੀ ਬੋਡੀ ਨੂੰ ਕੰਟਰੋਲ ਕਰਦੇ ਨੇ। ਹਾਰਮੋਨਲ ਇੰਬੈਲੈਂਸ ਜਿੱਥੇ ਵੀ ਹੁੰਦਾ ਉਹ ਬੋਡੀ, ਇਹਨਾਂ ਤਿੰਨਾਂ ਕਰਕੇ ਹੀ ਇੰਬੈਲੈਂਸਿੰਗ ਹੁੰਦੀ ਹੈ। ਇਹਨਾਂ ਤਿੰਨਾਂ ਕਰਕੇ ਜਿਹੜੇ ਪੂਰੀ ਬੋਡੀ ਦੇ ਹਾਰਮੋਨ ਵਿਗੜ ਜਾਂਦੇ ਨੇ, ਅਤੇ ਉਦੋਂ ਬਾਅਦ ਫਿਰ ਜਿਹੜੇ ਅੱਗੇ ਚੱਲ ਕੇ ਉਹਦੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ। ਡਿਪਰੈਸ਼ਨ ਆ ਜਾਂਦਾ, ਸਮੱਸਿਆ ਸ਼ੁਰੂ ਹੋ ਜਾਂਦੀਆਂ ਨੇ, ਭੁੱਲਣ ਲੱਗ ਪੈਂਦਾ ਇਨਸਾਨ, ਅੱਖਾਂ ਕਮਜ਼ੋਰ ਹੋ ਜਾਂਦੀਆਂ ਨੇ, ਜਿਹੜਾ ਮਾਈਗ੍ਰੇਨ ਹੋਣ ਲੱਗ ਜਾਂਦਾ ਹੈਗਾ। ਕਈ ਚੀਜ਼ਾਂ ਜਿਹੜੀਆਂ ਸਮੱਸਿਆਵਾਂ, ਇਸ ਤੋਂ ਇਲਾਵਾ ਜਿਹੜਾ ਸਰਵਾਈਕਲ ਦੀ ਸਮੱਸਿਆ ਆਉਣ ਲੱਗ ਪੈਂਦੀ ਹੈਗੀ ਆ, ਸਿਰ ਦੁਖਦਾ ਰਹਿੰਦਾ ਹਰ ਟਾਈਮ। ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਇਹਦੇ ਨਾਲ ਰਿਲੇਟਡ ਹੋ ਜਾਂਦੀਆਂ ਨੇ, ਜਾਂ ਫਿਰ ਬ੍ਰੇਨ ਦੀਆਂ ਕੁਛ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ। ਦਵਾਈਆਂ ਦੇ ਨਾਲ ਤਾਂ ਇਲਾਜ ਕਰਦੇ ਮੈਂ ਬਹੁਤ ਵਾਰੀ ਸੁਣ ਲਿਆ, ਪਰ ਮੈਨੂੰ ਲੱਗਿਆ ਵੀ ਆਕੂਪ੍ਰੈਸ਼ਰ 'ਚ ਵੀ ਕੀ ਇਹਦਾ ਕੋਈ ਇਲਾਜ ਹੋ ਸਕਦਾ? ਕੀ ਹੈ ਇਹਦਾ ਇਲਾਜ? ਹਾਂਜੀ, ਬਿਲਕੁਲ ਇਲਾਜ ਜੇ ਤੁਸੀਂ ਕਰੋਗੇ ਤਾਂ ਬਿਲਕੁਲ 100% ਇਲਾਜ ਹੈਗਾ ਆ। ਕਿਉਂਕਿ ਗਲੈਂਡਸ ਦੇਖੋ, ਚਲੋ ਦਵਾਈ ਤੁਸੀਂ ਲੈਂਦੇ ਆ ਤਾਂ ਠੀਕ ਕੁਛ ਟਾਈਮ ਦੇ ਲਈ ਹੋ ਜਾਂਦੇ ਆ, ਬਟ ਇਹ ਜਿਹੜੀਆਂ ਗਲੈਂਡਸ ਆ ਸਾਡੀਆਂ
ਜਿਹੜੀਆਂ 7 ਗਲੈਂਡ ਐਡੀਨਲ ਗਲੈਂਡ ਜਿਹਨਾਂ ਨੂੰ ਕਹਿ ਦਿੰਦੇ ਆ ਹਾਂ ਗ੍ਰੰਥੀਆਂ ਜਿਹੜਾ ਥਾਈਮਸ ਹੋ ਗਿਆ ਸੌਰੀ ਥਾਇਰਾਇਡ ਹੋ ਗਿਆ ਥਾਈਮਸ ਹੋ ਗਿਆ ਸਾਡੀ ਪਿਚੂਟਰੀ ਹੋ ਗਈ ਤੁਸੀਂ ਜਿਹੜੀ ਗੱਲ ਕੀਤੀ ਆ ਸੋ ਇਹਨਾਂ ਆਪਾਂ ਗਲੈਂਡਸ ਨੂੰ ਐਕਟੀਵੇਟ ਕਿਵੇਂ ਕਰ ਸਕਦੇ ਹੁਣ ਬਾਡੀ ਨੂੰ ਐਕਟੀਵੇਟ ਕਰਨ ਲਈ ਆਪਾਂ ਕਸਰਤ ਵੀ ਕਰਦੇ ਆ ਕੁਝ ਵੀ ਕਰਦੇ ਆ ਆਪਾਂ ਠੀਕ ਹੈ ਜੀ ਬਟ ਘਰ ਬੈਠੇ ਬੈਠੇ ਕਿਵੇਂ ਕਰਨਾ ਹੁੰਦੇ ਉਹ ਕੁਝ ਪੁਆਇੰਟ ਹੁੰਦੇ ਸਾਡੀ ਬਾਡੀ ਦੇ ਵਿੱਚ ਅਤੇ ਉਹ ਸੇਮ ਪੁਆਇੰਟ ਐਜ਼ ਇਟ ਇਜ਼ ਸਾਡੇ ਜੇ ਬ੍ਰੇਨ ਦੇ ਵਿੱਚ ਹੈ ਤਾਂ ਉਹਦਾ ਕੋਰਸਪੋਂਡਿੰਗ ਨੂੰ ਰਿਫਲੈਕਟ ਪੁਆਇੰਟ ਹੁੰਦੇ ਆ ਜਿਹੜੇ ਹੱਥਾਂ ਦੇ ਪੈਰਾਂ ਦੇ ਵਿੱਚ ਹੁੰਦੇ ਆ ਸੋ ਉਹਨਾਂ ਨੂੰ ਜੇ ਤੁਸੀਂ ਪ੍ਰੈਸ ਕਰੋਗੇ ਰੈਗੂਲਰ ਵੇ 'ਤੇ ਤਾਂ ਤੁਹਾਡੇ ਜਿਹੜੇ ਇਹ ਗਲੈਂਡਸ ਆ ਐਕਟਿਵ ਹੋ ਜਾਊਗੇ ਜੋ ਕਿ ਦਵਾਈਆਂ ਦੇ ਨਾਲ ਚਲੋ ਤੁਸੀਂ ਖਾਂਦੇ ਆ ਬਟ ਐਕਟਿਵ ਤਾਂ ਨਹੀਂ ਕਰ ਪਾਓਗੇ ਕਿਉਂਕਿ ਦਵਾਈ ਨੇ ਐਕਟਿਵ ਨਹੀਂ ਕਰਨੀ ਉਹਨੇ ਥੋੜ੍ਹੇ ਟਾਈਮ ਲਈ ਬਿਮਾਰੀ ਨੂੰ ਠੀਕ ਕਰ ਦੂਗੇ ਬਟ ਅਸੀਂ ਜਿਹੜੀ ਜਿੱਥੇ ਉਹ ਬਿਮਾਰੀ ਜੜ੍ਹ ਤੋਂ ਠੀਕ ਹੋਣੀ ਆ ਜੇ ਆਪਾਂ ਉਸ ਸਪਾਈ ਨੂੰ ਹੋਰ ਜ਼ਿਆਦਾ ਤਾਕਤਵਰ ਬਣਾ ਦਈਏ ਉਹ ਸਪਾਈ ਨੂੰ ਜ਼ਿਆਦਾ ਤਾਕਤਵਰ ਬਣਾ ਦਈਏ ਕਿ ਬਿਮਾਰੀ ਨਾਲ ਲੜਨ ਦੀ ਸ਼ਕਤੀ ਉਹਦੀ ਵੱਧ ਜਾਵੇ ਅਸੀਂ ਉਹ ਕੰਮ ਕਰਦੇ ਆ ਉਹ ਐਕੂਪ੍ਰੈਸ਼ਰ ਦੇ ਨਾਲ ਬਿਲਕੁਲ 101% ਉਹ ਚੀਜ਼ ਹੋ ਸਕਦੀ ਹੈ ਅਤੇ ਅਸੀਂ ਕੀਤੀ ਵੀ ਹੋਈ ਹੈ ਕੀ ਮੈਨੂੰ ਇਹ ਦੱਸੋ ਕਿ ਆਪਾਂ ਸਮੱਸਿਆ ਤਾਂ ਆਪਣੀ ਉਰੇ ਆ ਗਈ ਜਾਂ ਉਰੇ ਆ ਗਈ ਜਾਂ ਉਰੇ ਆ ਗਈ ਅਤੇ ਪੁਆਇੰਟ ਆਪਾਂ ਹੱਥ ਦਾ ਦੱਬਤਾ ਇਹਦੇ ਨਾਲ ਕੀ ਕਨੈਕਸ਼ਨ ਇਹਦਾ ਇਹ ਮੈਂ ਤੁਸੀਂ ਕੁਐਸਚਨ ਪੁੱਛਿਆ ਅਤੇ ਇਹਦਾ ਮੈਂ ਇੱਕ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸੂਗਾ ਦੇਖੋ ਸਾਡੇ ਪਿੱਛੇ ਇਹ ਸਵਿੱਚ ਬੋਰਡ ਲੱਗਾ ਹੋਇਆ ਅਤੇ ਸਵਿੱਚ ਬੋਰਡ ਆ ਅਤੇ ਸਾਡਾ ਪੰਖਾ ਉੱਤੇ ਲੱਗਾ ਹੋਇਆ ਠੀਕ ਹੈ ਜੀ ਅਸੀਂ ਪ੍ਰੈਸ ਇੱਥੋਂ ਹੀ ਕਰਦੇ ਆ ਅਸੀਂ ਕਿਉਂ ਇੱਥੋਂ ਕਰਦੇ ਕਿਉਂਕਿ ਸਾਡੀ ਜਿਹੜੀ ਆ ਵਾਇਰਿੰਗ ਹੋਈ ਆ ਵਿਚਕਾਰ ਦੀ ਅਤੇ ਉਹ ਕਰੰਟ ਪਾਸ ਹੋ ਰਿਹਾ ਆ ਜਦੋਂ ਅਸੀਂ ਔਨ ਕਰਦੇ ਆ ਤਾਂ ਕਰੰਟ ਪਾਸ ਹੁੰਦਾ ਆ ਇਲੈਕਟ੍ਰੀਸਿਟੀ ਪਾਸ ਹੁੰਦੀ ਇਸੇ ਪ੍ਰਕਾਰ ਸਾਡੀ ਬੋਡੀ 'ਚ ਬਾਇਓ ਇਲੈਕਟ੍ਰੀਸਿਟੀ ਹੁੰਦੀ ਆ ਠੀਕ ਹੈ ਸਾਡੇ ਇਹ ਜਿਹੜੇ ਹੱਥ ਆ ਕਿਉਂਕਿ ਵਾਇਰ ਇੱਥੇ ਆ ਕੇ ਖਤਮ ਹੋਈ ਸਵਿੱਚ ਬੋਰਡ 'ਤੇ ਇਹ ਸਾਡੇ ਸਵਿੱਚ ਲੱਗੇ ਹੋਏ ਆ ਸਾਰੇ ਹੱਥ ਮਤਲਬ ਸਾਰੇ ਸਰੀਰ ਦਾ ਸਵਿੱਚ ਬੋਰਡ ਆ ਤੇ ਸਵਿੱਚ ਲੱਗੇ ਹੋਏ ਆ ਉਹ ਸਵਿੱਚ ਕਿਹੜੇ ਉਹ ਪੁਆਇੰਟ ਹੁੰਦੇ ਆ ਉਹ ਪੁਆਇੰਟਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਪੁਆਇੰਟਾਂ ਦਾ ਪਤਾ ਤੁਸੀਂ ਇੱਥੇ ਪ੍ਰੈਸ ਕਰੋ ਕਿਉਂਕਿ ਇੱਥੇ ਸ਼ੁਰੂ ਹੋ ਕੇ ਸਾਡੀ ਬੋਡੀ ਤਾਂ ਇੱਥੇ ਜਾ ਕੇ ਖਤਮ ਹੁੰਦੀ ਆ ਹੋਰ ਕਿਤੇ ਤਾਂ ਨਹੀਂ ਹੋ ਰਹੀ ਜਾਂ ਪੈਰਾਂ 'ਚ ਜਾ ਕੇ ਹੋ ਰਹੀ ਹੈ ਸੋ ਅਸੀਂ ਪੈਰਾਂ ਤੋਂ ਹੱਥਾਂ ਤੋਂ ਹੀ ਟਰੀਟਮੈਂਟ ਦਿੰਦੇ ਜਦੋਂ ਅਸੀਂ ਇੱਥੇ ਪੁਆਇੰਟ ਪ੍ਰੈਸ ਕਰਨਾ ਸ਼ੁਰੂ ਕਰਦੇ ਆ ਤਾਂ ਉਹ ਬਾਇਓ ਜਿਹੜਾ ਕਰੰਟ ਹੁੰਦਾ ਸਾਡਾ ਇਲੈਕਟ੍ਰੀਸਿਟੀ ਕਰੰਟ ਆ ਉਹ ਐਕਟੀਵੇਟ ਹੋ ਜਾਂਦਾ ਉਹ ਹੋਰ ਵੀ ਅਸੀਂ ਸਵਿੱਚ ਔਨ ਕਰ ਦਿੰਦੇ ਆ ਉਹਦੇ ਨਾਲ ਹੀ ਸਾਡੀ ਜਿਹੜੀ ਹੈ ਪ੍ਰੋਬਲਮ ਸੌਰਟ ਆਊਟ ਹੋਣ ਲੱਗ ਪੈਂਦੀ ਆ ਸਾਡੀ ਐਨਰਜੀ ਆ ਸਾਰੀ ਬੋਡੀ ਦੇ ਵਿੱਚ ਐਨਰਜੀ ਮੂਵ ਔਨ ਕਰ ਰਹੀ ਆ ਸਾਡੀ ਅਤੇ ਦੂਜਾ ਇਹਦੇ ਵਿੱਚ ਇਹ ਆ ਜਾਂਦਾ ਕਿ ਸਾਡਾ ਕੰਮ ਕਰਨ ਜਿਹੜਾ ਐਕੂਪ੍ਰੈਸ਼ਰ ਦਾ ਪ੍ਰਿੰਸੀਪਲ ਕੀ ਆ ਦੂਜੀ ਐਗਜ਼ਾਮਪਲ ਲਵਾਂਗਾ ਜੇ ਤੁਸੀਂ ਕੱਚ ਦਾ ਗਲਾਸ ਦਾ ਪਾਣੀ ਲੈਂਦੇ ਆ ਤਾਂ ਉਹ 'ਚ ਮਿੱਟੀ ਪਾ ਦਿੰਦੇ ਆ ਠੀਕ ਹੈ ਜੀ ਅਤੇ ਉਹ ਜਿਹੜੀ ਮਿੱਟੀ ਹੈ ਥੱਲੇ ਹੌਲੀ ਜਾ ਕੇ ਜੰਮ ਜਾਂਦੀ ਆ ਇਸੇ ਤਰ੍ਹਾਂ ਬੋਡੀ ਦੇ ਵਿੱਚ ਜਦੋਂ ਅਸੀਂ ਫੂਡ ਖਾਂਦੇ ਆ ਜਾਂ ਕੋਈ ਵੀ ਭੋਜਨ ਕਰਦੇ ਆ ਤਾਂ ਉਹਦੇ ਵਿੱਚ ਟੌਕਸਿਨ ਹੁੰਦੇ ਆ ਕਿਉਂਕਿ ਜ਼ਹਿਰ ਹੁੰਦੇ ਸਾਡੇ ਹੁਣ ਇੱਥੇ ਉਹ ਸਾਰੇ ਟੌਕਸਿਨ ਜਾਂ ਤਾਂ ਸਾਡੀ ਜਿੱਥੇ ਬੋਡੀ ਖਤਮ ਹੋ ਰਹੀ ਆ ਪੈਰਾਂ 'ਚ ਖਤਮ ਹੋ ਰਹੀ ਜਾਂ ਤਾਂ ਹੱਥਾਂ ਦੇ ਵਿੱਚ ਉੱਥੇ ਜਾ ਕੇ ਜੰਮ ਜਾਂਦੇ ਆ ਅਤੇ ਉਹ ਔਰਗਨ ਦੇ ਹਰ ਇੱਕ ਨਸ ਦੇ ਉਹ ਕ੍ਰਿਸਟਲ ਬਣ ਜਾਂਦੇ ਆ ਜਦੋਂ ਅਸੀਂ ਉਹ ਪੁਆਇੰਟ ਪ੍ਰੈਸ ਕਰਨਾ ਸ਼ੁਰੂ ਕਰਦੇ ਆ ਅਤੇ ਉੱਥੇ ਤੁਸੀਂ ਵੀ ਕਰਕੇ ਦੇਖ ਲਿਓ ਇਸ ਪ੍ਰਕਾਰ ਜਦੋਂ ਤੁਸੀਂ ਕਰਦੇ ਰਹੋਗੇ ਕੁਛ ਪੁਆਇੰਟ ਜਦੋਂ ਤੁਸੀਂ ਕਰਨਾ ਸ਼ੁਰੂ ਕਰੋਗੇ ਅਲੱਗ ਪੇਨ ਫੀਲ ਹੋਊਗਾ ਕੁਛ ਪੁਆਇੰਟਾਂ 'ਤੇ ਮਤਲਬ ਕਿ ਉੱਥੇ ਤੁਹਾਡੇ ਟੌਕਸਿਨ ਜਮ੍ਹਾਂ ਹੋ ਗਿਆ ਕ੍ਰਿਸਟਲ ਬਣ ਗਏ ਆ ਸੋ ਉਹ ਕ੍ਰਿਸਟਲ ਨੂੰ ਖੋਲ੍ਹਣ ਦੇ ਲਈ ਜਦੋਂ ਤੁਸੀਂ ਪ੍ਰੈਸ਼ਰ ਪਾਉਂਦੇ ਆ ਤਾਂ ਉੱਥੇ ਉਹ ਕ੍ਰਿਸਟਲ ਖੁਰਨੇ ਸ਼ੁਰੂ ਹੋ ਜਾਂਦੇ ਆ ਟੌਕਸਿਨ ਨਿਕਲਣੇ ਸ਼ੁਰੂ ਹੋ ਜਾਂਦੇ ਆ ਅਤੇ ਉਹ ਬਲੋਕੇਜ ਜਿਹੜੀ ਆਈ ਹੁੰਦੀ ਬਲੱਡ ਦੀ એનર્ਜੀ ਨੂੰ ਜਿਹਨਾਂ ਨੇ ਬਲੋਕ ਕੀਤਾ ਹੁੰਦਾ ਉਹ એનર્ਜੀ ਦਾ ਫਲੋ ਬਣ ਜਾਂਦਾ ਇਹੀ ਆ ਕਿ ਆਪਾਂ ਨੇ ਬ੍ਰੇਨ ਇੱਥੇ ਆ ਅਤੇ ਪੁਆਇੰਟ ਇੱਥੇ ਆ ਅਤੇ ਇਸ ਪ੍ਰਕਾਰ ਸਾਡਾ ਪ੍ਰਿੰਸੀਪਲ ਜਿਹੜਾ ਕੰਮ ਕਰਦਾ ਇਹਦੇ ਬਿਹਾਈਂਡ ਹੁਣ ਆਪਾਂ ਆਈਏ ਡਿਪਰੈਸ਼ਨ ਦੇ ਅਸਲੀ ਵਿਸ਼ੇ ਦੇ ਉੱਤੇ ਇਹਦਾ ਸੋਚ ਕਿੱਥੇ ਆ ਇਹਦਾ ਸਵਿੱਚ ਸਾਡੇ ਇਸ ਏਰੀਏ 'ਤੇ ਆ ਤੁਸੀਂ ਕਰਕੇ ਦਿਖਾ ਸਕਦੇ ਹੋ ਕਿਸੇ ਇਹ ਕਿੱਦਾਂ ਹੋਵੇਗਾ ਹਾਂਜੀ ਮੈਂ ਆਪਣੇ ਅਸਿਸਟੈਂਟ ਮੈਮ ਇੱਧਰ ਆ ਜਾਓ ਇਹਨਾਂ 'ਤੇ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਡਿਪਰੈਸ਼ਨ ਦੀ ਅੱਜ ਕੱਲ੍ਹ ਬਹੁਤ ਹੀ ਕਾਮਨ ਜੀ ਪ੍ਰੋਬਲਮ ਆ ਚੁੱਕੀ ਆ ਕਿਉਂਕਿ ਮਾਹੌਲ ਵੀ ਸਟਰੈਸਫੁੱਲ ਆ ਅਤੇ ਆਪਾਂ ਦਵਾਈਆਂ ਲੈਂਦੇ ਆ ਦਵਾਈਆਂ ਦੇ ਨਾਲ ਤੁਸੀਂ ਕੁਛ ਟਾਈਮ ਦੇ ਲਈ ਇਵੇਂ ਹੋ ਜਾਂਦੇ ਆ ਕਿ ਸਾਨੂੰ ਦਰਦ ਹੀ ਕੋਈ ਨਹੀਂ ਫੀਲ ਹੋ ਰਿਹਾ ਬਟ ਕੁਛ ਟਾਈਮ ਬਾਅਦ ਫਿਰ ਉਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਸੋ ਅਸੀਂ ਚਾਹੁੰਦੇ ਆ ਕਿ ਇਹ ਚੀਜ਼ਾਂ ਨੂੰ ਅਸੀਂ ਘਰ ਬੈਠੇ ਕਿਵੇਂ ਤੁਸੀਂ ਠੀਕ ਕਰ ਸਕਦੇ ਆ ਫੋਰ ਐਗਜ਼ਾਮਪਲ ਤੁਸੀਂ ਡਿਪਰੈਸ਼ਨ ਦੀ ਗੱਲ ਕੀਤੀ ਇਹ ਵਾਲੇ ਪੁਆਇੰਟ ਜਿਹੜੇ ਆ ਇਹ ਬ੍ਰੇਨ ਹੁੰਦਾ ਸਾਡਾ ਇਹ ਵਾਲਾ ਜਿੰਨਾ ਵੀ ਸਾਡਾ ਏਰੀਆ ਅਗਲੀ ਵੀਡੀਓ 'ਚ ਆਪਾਂ ਇੱਕ ਕਨਸੈਪਟ 'ਤੇ ਗੱਲ ਕਰਾਂਗੇ ਕਿ ਇਹ ਬ੍ਰੇਨ ਕਿੱਦਾਂ ਹੁੰਦਾ ਕਿਉਂ ਹੁੰਦਾ ਸਾਰਾ ਅਸੀਂ ਕਰਾਂਗੇ ਸੋ ਹੁਣ ਮੰਨ ਲਓ ਤੁਸੀਂ ਇਹ ਬ੍ਰੇਨ ਆ ਇਸ ਜਗ੍ਹਾ 'ਤੇ ਤੁਸੀਂ ਇਸ ਪ੍ਰਕਾਰ ਦੇ ਨਾਲ ਪ੍ਰੈਸ਼ਰ ਪਾ ਸਕਦੇ ਆ ਜਾਂ ਤੁਸੀਂ ਕੋਈ ਵੀ ਨਕੀਲੀ ਚੀਜ਼ ਲੈ ਕੇ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਸ਼ੁਰੂ ਜਦੋਂ ਤੁਸੀਂ ਇੱਥੇ ਕੁਛ ਪੁਆਇੰਟਾਂ 'ਤੇ ਕੁਛ ਡਿਫਰੈਂਟ ਜਿਹਾ ਦਰਦ ਫੀਲ ਹੋਊਗਾ
ਮਤਲਬ ਕਿ ਤੁਹਾਡੇ ਜਿਹੜੀ ਪ੍ਰੋਬਲਮ ਉੱਥੇ ਪ੍ਰੋਬਲਮ ਆ, ਤੁਸੀਂ ਕੰਟੀਨਿਊ ਉਹਨੂੰ ਪ੍ਰੈਸ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਥੋੜ੍ਹਾ ਬ੍ਰੇਨ ਜਿਹੜਾ ਹਲਕਾ ਹੋਣਾ ਸ਼ੁਰੂ, ਕਿਉਂਕਿ ਉੱਥੇ એનર્ਜੀ ਦਾ ਫਲੋ ਵੱਧ ਜਾਣਾ। ਜਿੱਥੇ ਬਲੋਕੇਜ ਆਈ ਹੋਈ ਹੈ, ਜਿੱਥੇ ਸਪਲਾਈ ਨਹੀਂ ਜਾ ਰਹੀ, ਉੱਥੇ ਬਿਮਾਰੀ ਬਣ ਜਾਂਦੀ ਹੈ, ਸਿਰ ਭਾਰੀਪਨ ਹੋ ਜਾਂਦਾ। ਫਿਰ ਕਿੰਨੀ ਦੇਰ ਕਰਨਾ ਹੈਗਾ? ਇਹ ਸਵੇਰੇ 5 ਮਿੰਟ, ਸ਼ਾਮ ਨੂੰ 5 ਮਿੰਟ, ਦੁਪਹਿਰ ਨੂੰ 5 ਮਿੰਟ। ਹਾਂਜੀ, ਇਹ ਕਰ ਲਓ। ਇਸ ਦੇ ਨਾਲ ਹੀ ਇਹ ਪੁਆਇੰਟ ਹੁੰਦੇ, ਮੈਂ ਪੁਆਇੰਟ ਮਾਰਕ ਕਰ ਦਿੰਦਾ ਡਿਪਰੈਸ਼ਨ ਦੇ ਜਿਹੜੇ ਪੁਆਇੰਟ ਆ। ਇਹ ਪੁਆਇੰਟ ਜਿੰਨੇ ਵੀ ਆਪਾਂ ਸਟ੍ਰੈਸ ਲੈ ਲਈਏ, ਡਿਪਰੈਸ਼ਨ ਲੈ ਲਈਏ, ਜਾਂ ਨੀਂਦ ਨਾ ਆਉਂਦੀ ਹੋਵੇ, ਇਹ ਕਿਉਂਕਿ ਇੱਕ ਹੀ ਟਾਈਪ, ਕਿਉਂਕਿ ਜਦੋਂ ਤੁਸੀਂ ਡਿਪਰੈਸ਼ਨ 'ਚ ਆ ਜਾਂਦੇ ਨੀਂਦ ਵੀ ਉੱਡ ਜਾਂਦੀ ਤੁਹਾਡੀ, ਜਾਣੀ ਕਿ ਅੱਗੇ ਤੋਂ ਅੱਗੇ ਇੱਕ ਹੀ ਬਿਮਾਰੀ ਆ, ਜੜ ਇੱਕ ਹੀ ਆ, ਅਤੇ ਉਸ ਨੂੰ ਆਪਾਂ ਇਹ ਸਾਰੇ ਪੁਆਇੰਟ ਉਹਦੇ ਵਿੱਚ ਫੋਲੋ ਕਰ ਸਕਦੇ ਆ। ਦਰਸ਼ਕਾਂ ਲਈ ਤੁਸੀਂ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਵੀ ਇਹਨੂੰ ਬੜੇ ਧਿਆਨ ਨਾਲ ਦੇਖ ਲਓ। ਡਾਕਟਰ ਗਗਨਦੀਪ ਜੀ ਜਿਹੜੇ ਨੇ ਉਹ ਇਹਨੂੰ ਪੁਆਇੰਟਸ ਨੂੰ ਮਾਰਕ ਕਰ ਰਹੇ ਨੇ। ਉਹਨਾਂ ਪੁਆਇੰਟਸ ਦੇ ਉੱਤੇ ਤੁਸੀਂ ਆਪਣੇ ਘਰ ਬੈਠੇ ਵੀ ਜਦੋਂ ਉਹਦੇ 'ਤੇ ਪ੍ਰੈਸ਼ਰ ਪਾਵੋਗੇ ਤਾਂ ਤੁਹਾਨੂੰ ਉਹਦੇ ਨਾਲ ਰਿਲੀਫ ਮਿਲੇਗੀ, ਤੁਸੀਂ ਠੀਕ ਵੀ ਹੋਵੋਗੇ। ਹਾਂਜੀ, ਹੁਣ ਦੇਖੋ ਇਹ ਬ੍ਰੇਨ ਆ, ਇਹ ਸਾਡਾ ਜਿੰਨਾ ਵੀ ਮੈਂ ਰੈੱਡ ਕਲਰ ਜਿੱਥੇ ਵੀ ਕਰ ਰਿਹਾ, ਇਸ ਏਰੀਏ 'ਤੇ ਜੇ ਤੁਹਾਡੇ ਟੌਪ ਆਫ ਹੈੱਡ 'ਤੇ ਹੋ ਰਿਹਾ ਹੈ, ਸਿਰ 'ਤੇ, ਮਤਲਬ ਕਿ ਤੁਸੀਂ ਪੂਰੇ ਇਹਨੂੰ ਬ੍ਰੇਨ ਹੀ ਮੰਨਣਾ। ਇਹ ਤੁਹਾਡਾ ਸਿਰ ਆ, ਠੀਕ ਆ ਜੀ। ਇਹ ਤੁਹਾਡਾ ਸਾਰਾ, ਜੇ ਸਾਈਡਾਂ 'ਤੇ ਹੋ ਰਿਹਾ ਉਸ ਪ੍ਰਕਾਰ ਦੇ, ਇਹ ਸਾਰੇ ਨੂੰ ਤੁਸੀਂ ਪ੍ਰੈਸ ਕਰਨਾ, ਇਸ ਏਰੀਏ ਨੂੰ ਸਾਰੇ ਨੂੰ। ਸੋ ਉਸ ਤੋਂ ਬਾਅਦ ਤੁਸੀਂ ਦੂਜਾ ਪ੍ਰੈਸ ਤੁਸੀਂ ਕਰ ਸਕਦੇ, ਜਾਂ ਤਾਂ ਇਸ ਸਾਡੀ ਹੱਡੀ ਹੁੰਦੀ ਆ, ਇਹ ਥੋੜ੍ਹੀ ਕੁ ਨਕੀਲੀ ਹੁੰਦੀ ਆ, ਇਸ ਦੇ ਨਾਲ ਇਹ ਦੇਖੋ ਇਸ ਪ੍ਰਕਾਰ ਦੇ ਨਾਲ ਰੋਟੇਟ ਜ਼ਰੂਰ ਕਰਨਾ। ਰੋਟੇਟ ਕਰਨ ਦਾ ਮਤਲਬ ਆ ਕਿ ਤੁਹਾਡਾ ਉਹ ਪੁਆਇੰਟ ਐਕਟੀਵੇਟ ਹੋ ਰਿਹਾ ਆ, ਠੀਕ ਹੈ। ਉਹਨੂੰ ਰੋਟੇਟ ਕਰਕੇ ਫਿਰ ਪ੍ਰੈਸ਼ਰ ਪਾਉਣਾ, ਰੋਟੇਟ ਕਰਕੇ ਫਿਰ ਪ੍ਰੈਸ਼ਰ ਪਾਉਣਾ, ਇਸ ਤਰ੍ਹਾਂ ਤੁਸੀਂ ਪ੍ਰੈਸ਼ਰ ਪਾਉਣਾ ਆ। ਸੋ ਸੈਕੰਡ ਪੁਆਇੰਟ ਤੁਸੀਂ ਦੇਖੋਗੇ ਕਿ ਇਹ ਸਾਡੀ ਹੱਡੀ ਆਉਂਦੀ ਹੈ ਇੱਥੇ ਅਤੇ ਇੱਥੇ, ਇਹ ਇੱਕ ਹੱਡੀ ਬਣਦੀ ਹੈ, ਇੱਥੇ ਜਾ ਕੇ ਵੀ ਸ਼ੇਪ ਬਣ ਜਾਂਦੀ ਹੈ, ਬਿਲਕੁਲ ਇਹਦੇ ਨਾਲ ਦਾ ਪੁਆਇੰਟ ਹੁੰਦਾ ਇੱਥੇ। ਇਹਨੂੰ ਮਾਸਟਰ ਪੁਆਇੰਟ ਵੀ ਕਹਿ ਦਿੰਦੇ ਆ ਬੋਡੀ ਦਾ। ਕਿਤੇ ਵੀ ਸਮੱਸਿਆ ਹੋਵੇ ਇੱਥੇ ਦੱਬ ਲਓ। ਹਾਂਜੀ, ਕਿਤੇ ਵੀ ਸਮੱਸਿਆ ਹੋਵੇ, ਮੋਸਟਲੀ ਇਹ ਦਰਦ ਹੁੰਦਾ ਆ, ਤੁਸੀਂ ਇਸ ਪ੍ਰਕਾਰ ਇਹਨੂੰ ਦੱਬ ਸਕਦੇ ਆ ਅਤੇ ਬਹੁਤ ਹੀ ਰਿਲੀਫ। ਹਾਂ, ਇਹ ਤੁਸੀਂ ਮੈਂ ਆਪਣੇ 'ਤੇ ਵੀ ਦਿਖਾ ਦਿੰਦਾ। ਜੇ ਆਪ ਤੁਸੀਂ ਕਰਨਾ ਇਸ ਤਰ੍ਹਾਂ ਇਸ 'ਤੇ ਕਰ ਸਕਦੇ ਆ, ਜੇ ਤੁਸੀਂ ਦੂਜੇ 'ਤੇ ਕਰਨਾ ਤਾਂ ਇਸ ਤਰ੍ਹਾਂ। ਇਹ ਬਿਲਕੁਲ ਸੈਂਟਰ ਤੋਂ ਇਹ ਉੱਤੇ ਹੱਡੀ ਹੁੰਦੀ, ਆਪ ਹੀ ਆਟੋਮੈਟਿਕਲੀ ਉਹਦੇ ਨਾਲ ਹੀ ਬਿਲਕੁਲ ਨੀਚੇ ਉਹ ਤੋਂ ਤੁਸੀਂ ਪ੍ਰੈਸ ਕਰਨਾ, ਇਸ ਤਰ੍ਹਾਂ ਪ੍ਰੈਸ। ਹਾਂਜੀ, ਇਹ ਵਾਲਾ, ਇਹ ਦੇਖੋ ਇਹ ਵਾਲਾ ਪੁਆਇੰਟ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਆ ਜਾਂਦਾ ਹੈਗਾ ਆ ਕਿ ਇੱਥੇ ਤੁਸੀਂ ਆਪਣੀਆਂ 3 ਉਂਗਲੀਆਂ ਛੱਡ ਕੇ, ਆਪਣੇ ਮਰੀਜ਼ ਦੀਆਂ ਜਿਹੜੀ ਹੈਗੀ ਹੈ 3 ਉਂਗਲੀਆਂ ਛੱਡ ਕੇ ਜਿਹੜਾ ਪੁਆਇੰਟ ਆਉਂਦਾ ਹੈ, ਸੋ ਇਹ ਜਗ੍ਹਾ ਹੁੰਦੀ ਆ, ਇਹ ਜਗ੍ਹਾ, ਇਹ ਵਾਲੀ ਤੁਸੀਂ ਦੇਖੋ। ਹਾਂਜੀ, ਇਹ ਵਾਲੀ, ਇਹਨੂੰ ਪ੍ਰੈਸ ਕਰਨਾ ਸ਼ੁਰੂ ਕਰਨਾ। ਇਹ ਵੀ ਡਿਪਰੈਸ਼ਨ, ਸਟ੍ਰੈਸ, ਐਂਜ਼ਾਈਟੀ ਜੋ ਵੀ ਹੋਵੇ ਇਹਦੇ ਵਿੱਚ ਕੰਮ ਕਰਦਾ ਹੈ। ਸੋ ਉਸ ਤੋਂ ਬਾਅਦ ਇਹ ਨੀਂਦ ਨਾ ਆਉਂਦੀ ਹੋਵੇ, ਸਟ੍ਰੈਸ ਰਹਿੰਦੀ ਹੋਵੇ, ਇਹ ਤੁਸੀਂ ਦੇਖੋਗੇ ਕਿ ਇੱਥੇ ਬਿਲਕੁਲ ਇੱਕ ਨਾ ਖੱਡਾ ਜਿਹਾ ਬਣੂਗਾ ਤੁਹਾਡੇ। ਇਹ ਉਂਗਲੀ ਤੁਸੀਂ ਕਰੋਗੇ, ਸਾਈਡਾਂ 'ਤੇ ਉੱਪਰ ਨੂੰ ਹੱਡੀ ਹੋਵੇਗੀ, ਵਿਚਕਾਰ ਜੇ ਵਿੱਚ ਗੈਪ ਜਿਹਾ ਬਣ ਰਿਹਾ, ਤਾਂ ਉਸ ਜਗ੍ਹਾ 'ਤੇ ਤੁਸੀਂ ਇਹ ਵਾਲਾ ਪੁਆਇੰਟ, ਇੱਥੇ ਤੁਸੀਂ ਕੋਈ ਸੀਡ ਵੀ ਲਗਾ ਸਕਦੇ ਆ। ਰਾਤ ਨੂੰ ਕੋਈ ਟੇਪ ਲੈ ਕੇ ਬੀਜ ਲਗਾ ਸਕਦੇ ਆ, ਬੀਜ ਲਗਾ ਕੇ ਛੱਡ ਦਿਓ ਰਾਤ ਨੂੰ, ਸਾਰਾ ਦਿਨ ਉਹਨਾਂ ਪ੍ਰੈਸ਼ਰ ਪਿਆ ਰਹਿਣਾ। ਮੇਥੀ ਦਾਣਾ ਲਗਾ ਸਕਦੇ ਆ ਇੱਥੇ ਪ੍ਰੈਸ਼ਰ 'ਤੇ, ਤੁਹਾਡੀ ਨੀਂਦ ਦੀ ਪ੍ਰੋਬਲਮ ਕਾਫੀ ਹੱਦ ਤੱਕ ਠੀਕ ਹੋਣੀ ਸ਼ੁਰੂ ਹੋ ਜਾਏਗੀ। ਹਾਂ, ਟੇਪ ਲਾ ਲਓ, ਡਾਕਟਰ ਟੇਪ ਹੁੰਦੀ ਹੈ, ਉੱਤੇ ਮੇਥੀ ਪੱਟੀ ਰੱਖ ਕੇ ਇਸ 'ਤੇ ਲਗਾ ਕੇ ਰਾਤ ਨੂੰ 7-8 ਘੰਟੇ ਰਾਤ ਨੂੰ ਸੁੱਤੇ ਰਹੋ, ਠੀਕ ਹੈ। ਹਾਂ, ਨੀਂਦ ਆ ਜਾਂਦੀ, ਵਧੀਆ ਨੀਂਦ ਆ। ਰੈਗੂਲਰ ਕਰਨਾ, ਆਟੋਮੈਟਿਕਲੀ ਫਿਰ ਆਉਣੀ ਸ਼ੁਰੂ ਹੋ ਜਾਣੀ ਨੀਂਦ ਤੁਹਾਨੂੰ। ਸੋ ਉਸ ਤੋਂ ਬਾਅਦ ਸਾਡੇ ਕੰਨ ਜਿਹੜੇ ਹੁੰਦੇ ਆ, ਇਹ ਵੀ ਸਾਡੇ ਬ੍ਰੇਨ ਦਾ ਕੰਮ ਕਰਦੇ ਆ, ਕਿਉਂਕਿ ਤੁਹਾਨੂੰ ਪਹਿਲਾਂ ਵੀ ਅੱਗੇ ਵੀਡੀਓ 'ਚ ਦੱਸੀਆਂ ਮੈਂ ਕਿ ਇਹ ਏਰੀਆ ਹੁੰਦਾ ਸਾਡਾ ਬ੍ਰੇਨ ਹੁੰਦਾ। ਨਲਾਇਕ ਬੱਚੇ ਦੇ ਮਾਸਟਰ ਕੰਨ ਖਿੱਚਦੇ ਹੁੰਦੇ ਸੀਗੇ, ਜਾਂ ਸ਼ਰਾਰਤੀ ਬੱਚਾ ਹੋਵੇ ਉਹਦਾ ਕੰਨ ਹੀ ਖਿੱਚੇ ਜਾਂਦੇ ਸੀ ਇਸੇ ਕਰਕੇ। ਸੋ ਜੇ ਬੈਕ ਸਾਈਡ ਦੀ ਗੱਲ ਕਰੀਏ, ਜਿਹਨੂੰ ਨੀਂਦ ਨਾ ਆਉਂਦੀ ਹੋਵੇ, ਉਹਨੇ ਬੈਕ ਸਾਈਡ ਤੋਂ ਮਸਾਜ ਕਰਨੀ ਹੈ, ਕੰਨ ਦੀ ਬੈਕ ਸਾਈਡ। ਆਇਲ ਲੈ ਲੈਣਾ, ਕੋਈ ਵੀ ਆਇਲ ਲੈ ਕੇ ਤੁਸੀਂ ਇਸ ਪ੍ਰਕਾਰ ਦੇ ਨਾਲ 2-4 ਮਿੰਟ ਦੇ ਲਈ ਸਵੇਰੇ, ਸ਼ਾਮੀ, ਦੁਪਹਿਰੇ ਇਸ ਤਰ੍ਹਾਂ ਤੁਸੀਂ ਮਸਾਜ ਕਰਨੀ ਸ਼ੁਰੂ ਕਰੋ। ਜਿਨ੍ਹਾਂ ਨੂੰ ਕੋਈ ਵੀ ਸਟ੍ਰੈਸ ਦੀ ਪ੍ਰੋਬਲਮ ਆ, ਜਾਂ ਤੁਹਾਡਾ ਬ੍ਰੇਨ ਘੱਟ ਗੱਲਾਂ ਭੁੱਲਣੀਆਂ ਸ਼ੁਰੂ ਕਰ ਦਿੰਦੇ ਆ ਕਈ, ਉਸ ਪ੍ਰਕਾਰ ਦੇ ਨਾਲ ਇਹ ਦੋਨੇ ਤੁਸੀਂ ਇੱਧਰਲਾ ਕੰਨ ਵੀ ਅਤੇ ਉਸ ਤਰ੍ਹਾਂ ਵੀ ਹਾਈਟ ਭੁੱਲਣ ਦੀ ਬਿਮਾਰੀ ਠੀਕ ਹੋ ਜਾਂਦੀ। ਹਾਂਜੀ, ਹਾਈਟ ਵੀ ਵੱਧ ਜਾਂਦੀ ਜੀ ਇਹਦੇ ਨਾਲ। ਕੰਨ ਖਿੱਚੋ ਤੇ ਹਾਈਟ ਵੱਧ ਜਾਏਗੀ। ਬਿਲਕੁਲ ਇੱਥੇ ਜਵਾਕਾਂ ਦੇ ਤਾਂ ਹੀ ਕੰਨ ਖਿੱਚਦੇ ਸੀ ਵੀ ਲੰਬੇ ਹੋ ਜਾਣ। ਤੇ ਉਸ ਤੋਂ ਬਾਅਦ ਇੱਕ ਪੁਆਇੰਟ, ਕੰਨ ਖਿੱਚ ਕੇ ਕੰਨ ਤਾਂ ਲੰਬੇ ਹੁੰਦੇ ਸੁਣੇ ਸੀ, ਪਰ ਕੱਦ ਵੱਧ ਜਾਂਦਾ ਇਹ ਪਹਿਲੀ ਵਾਰ। ਕਿਉਂਕਿ ਪਿਚੂਟਰੀ ਗਲੈਂਡ ਜਿਹੜੀ ਹੈ ਨਾ ਸਾਡੀ, ਤੁਹਾਨੂੰ ਪਹਿਲਾਂ ਜਿੱਥੇ ਆਪਾਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ, ਪਿਚੂਟਰੀ ਗਲੈਂਡ ਸਾਡੇ ਬੋਡੀ ਦੀ ਹਾਈਟ ਬਣਾਉਣ ਦੇ ਵਿੱਚ, ਸਾਡੇ ਹਾਰਮੋਨ ਨੂੰ ਬੈਲੈਂਸ ਕਰਨ ਦੇ ਵਿੱਚ ਹੈਲਪ ਕਰਦੀ ਹੈ, ਗਰੋਥ ਫੈਕਟਰ 'ਤੇ ਕੰਮ ਕਰਦੀ ਹੈ। ਸੋ ਇਹ ਪਿਚੂਟਰੀ ਗਲੈਂਡ ਦਾ ਪੁਆਇੰਟ ਹੁੰਦਾ, ਇਹ ਵਾਲਾ ਇਸ ਜਗ੍ਹਾ 'ਤੇ।
ਇਹ ਤੁਸੀਂ ਬੱਚਿਆਂ ਦਾ ਡੇਲੀ ਪ੍ਰੈਸ ਕਰਨਾ ਸ਼ੁਰੂ ਕਰੋਗੇ, ਉਹਨਾਂ ਦੀ ਹਾਈਟ ਵੀ ਵਧੂਗੀ, ਕੰਨਾਂ ਦੀ ਮਸਾਜ ਵੀ ਕਰਨਾ ਸ਼ੁਰੂ ਕਰੋਗੇ, ਹਾਈਟ ਵੀ ਵਧੂਗੀ ਤੇ ਨਾਲ ਦੀ ਨਾਲ ਉਹਨਾਂ ਦਾ ਮਾਈਂਡ ਵੀ ਸ਼ਾਰਪ ਹੋਊਗਾ। ਸੋ ਇਹ ਚੀਜ਼ਾਂ ਅੱਗੇ ਇਹੀ ਚੀਜ਼ਾਂ ਕਰਦੇ ਰਹੇ ਆ, ਬਹੁਤ ਜ਼ਿਆਦਾ ਕਰਦੇ ਹੁੰਦੇ ਸੀਗੇ। ਸੋ ਅੱਗੇ ਕਿਹੜਾ ਹੌਰਲੈਕਸ ਵਗੈਰਾ ਹੁੰਦੇ ਸੀ, ਹੁਣ ਜਿਹੜੇ ਬੋਰਨਵੀਟਾ ਸਾਰੇ ਹੋ ਗਏ ਸ਼ੁਰੂ। ਤੇ ਇਹ ਚੀਜ਼ਾਂ ਜਿਹੜੀਆਂ ਜੇ ਤੁਸੀਂ ਡੇਲੀ ਰੂਟੀਨ ਦੇ ਵਿੱਚ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕਾਫੀ ਚੀਜ਼ਾਂ, ਬਟ ਇਹ ਆ ਕਿ ਇਹ ਪ੍ਰੋਸੈਸ ਇੱਕ ਦਿਨ ਦੇ ਵਿੱਚ ਨਹੀਂ ਰਿਜ਼ਲਟ ਦਊਗੀ। ਜੇ ਤੁਸੀਂ ਕਹਿ ਦੋਗੇ ਜਿਵੇਂ ਤੁਸੀਂ ਗੋਲੀਆਂ ਤੇ ਲੱਗੇ ਹੋਏ ਆ ਤੇ ਇੱਕਦਮ ਤੁਸੀਂ ਕਹਿੰਦੇ ਖਾਧੀ ਤਾਂ ਠੀਕ ਹੋ ਜਾਈਏ, ਇਹ ਨੇਚਰ ਆ, ਇਹ ਨੇਚਰ ਨੇ ਸਾਡੇ ਅੰਦਰ, ਜਿੱਦਾਂ ਦਾ ਸਰੀਰ ਸਾਡਾ ਹੈਗਾ ਆ। ਸੋ ਅਸੀਂ ਦੇਖੋ ਡਾਕਟਰ, ਹਰ ਇੱਕ ਡਾਕਟਰ ਅਲੱਗ-ਅਲੱਗ ਡਾਕਟਰ ਤੋਂ ਜਾਂਦੇ, ਕੋਈ ਬਿਮਾਰੀ ਲੈ, ਸਟ੍ਰੈਸ ਦੀ ਲੈ ਕੇ ਚੱਲ ਗਈ ਤਾਂ ਅਸੀਂ ਬ੍ਰੇਨ ਵਾਲੇ, ਜਾਣੀ ਕਿਡਨੀ ਦੀ ਚੱਲ ਗਈ, ਕਿਸੇ ਤੋਂ ਚੱਲ ਗਿਆ। ਬਟ ਦੇਖਿਆ ਜਾਵੇ ਜਦੋਂ ਸਰੀਰ ਬਣਾਇਆ ਸੀਗਾ ਕਿਤੇ ਅਲੱਗ-ਅਲੱਗ ਦੁਕਾਨ ਤੋਂ ਲੈ ਕੇ ਥੋੜ੍ਹੀ ਬਣਾਇਆ ਸਾਡਾ ਸਰੀਰ, ਇਹ ਸਾਡਾ ਅੰਦਰ ਹੀ ਹੈ ਜੋ ਵੀ ਕੁਦਰਤ ਨੇ ਦਿੱਤਾ। ਸੋ ਬਿਮਾਰੀ ਵੀ ਆਪਾਂ ਅੰਦਰੋਂ ਠੀਕ ਕਰ ਸਕਦੇ ਆ। ਸੋ ਇਸ ਪ੍ਰਕਾਰ ਦੇ ਨਾਲ ਤੁਸੀਂ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ, ਇਹਨੂੰ ਕੰਟੀਨਿਊਟੀ ਰੱਖਣੀ ਆ। ਇਹ ਨਹੀਂ ਕਿ 1-2 ਦਿਨ 3 ਦਿਨ, ਕਈਆਂ ਨੂੰ ਪਹਿਲੇ ਦਿਨ ਤੋਂ ਆਰਾਮ, ਕਈਆਂ ਨੂੰ 15 ਦਿਨ ਵੀ ਲੱਗ, ਕਈਆਂ ਨੂੰ ਮਹੀਨਾ ਵੀ ਲੱਗ ਜਾਂਦਾ, ਬਟ ਪੇਸ਼ੈਂਸ ਰੱਖਣਾ, ਕੋਈ ਇਹਦਾ ਸਾਈਡ ਇਫੈਕਟ ਥੋੜ੍ਹੀ ਹੈ। ਸੋ ਇੰਨਾ ਕੁ ਪੇਸ਼ੈਂਸ ਰੱਖੋ ਕਿ ਹਾਂ ਮੈਂ ਜੇ ਕਰ ਰਿਹਾ ਕੋਈ ਫਾਇਦਾ ਹੀ ਹੋਊਗਾ, ਕੋਈ ਨੁਕਸਾਨ ਨਹੀਂ ਹੋਣਾ। ਯਾਨੀ ਕਹਿਣ ਤੋਂ ਭਾਵੇਂ ਵੀ ਜਿਹੜੇ ਪੁਆਇੰਟ ਤੁਸੀਂ ਦੱਬ ਰਹੇ ਹੋ ਉਹ ਤਾਂ ਤੁਸੀਂ ਦੱਬੇ, ਜਦੋਂ ਜਾਂਦੇ ਆ ਤਾਂ ਤੁਸੀਂ ਮਾਸਟਰ ਪੁਆਇੰਟ ਵੀ ਦੱਬ ਲਓ ਤਾਂ ਕਿ ਜਿਹੜੀ ਤੁਹਾਨੂੰ ਇੱਕ ਫੌਰੀ ਰਿਲੀਫ ਤਾਂ ਮਿਲੇ। ਹਾਂਜੀ ਬਿਲਕੁਲ ਜੀ, ਉਹ ਮਾਸਟਰ ਪੁਆਇੰਟ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ, ਇਹ ਵਾਲਾ ਮਾਸਟਰ ਪੁਆਇੰਟ ਤੁਸੀਂ ਦੱਬ ਸਕਦੇ ਆ, ਰਿਲੀਫ ਰੋਜ਼ ਦੱਬ ਸਕਦੇ ਆ। ਤੁਹਾਡੀ ਕੋਈ ਪੇਨ ਹੋ ਰਹੀ ਹੈ, ਕਿਉਂਕਿ ਜਦੋਂ ਇੱਕ ਮਾਸਟਰ ਪੁਆਇੰਟ ਸਾਰੀ ਬੋਡੀ ਦੇ ਵਿੱਚ ਇੱਕ ਸੈਂਸੇਸ਼ਨ ਵੀ ਜਾਂਦੀ ਹੈ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿੱਥੇ ਵੀ એનર્ਜੀ ਬਲੌਕ ਹੋਈ ਹੈ, એનર્ਜੀ ਫਲੋ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਹੀ ਤੁਹਾਡੇ ਜਿਹੜਾ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਕਿ ਮੱਥਾ ਨੂੰ ਐਂ ਕਰਕੇ ਇੱਥੇ ਦੱਬ ਕੇ, ਉਹ ਕੀ ਹਾਂਜੀ ਹੁਣ ਦੇਖੋ ਨੇਚਰ ਨੇ ਸਾਨੂੰ ਕਿੰਨੀ ਵਧੀਆ ਚੀਜ਼ ਦਿੱਤੀ ਆ। ਅਸੀਂ ਜਦੋਂ ਗੋਲੀਆਂ ਵੀ ਨਹੀਂ ਖਾਂਦੇ ਹੁੰਦੇ, ਕੁਛ ਨਹੀਂ ਖਾਂਦੇ, ਜਦੋਂ ਨਾ ਵੀ ਗੋਲੀ ਹੋਵੇ, ਸਿਰ ਦਰਦ ਦੁਖਣਾ ਤੇ ਘਰਦਿਆਂ ਨੇ ਕੀ ਕਹਿਣਾ, ਮੇਰਾ ਸਿਰ ਦੱਬ ਦੇ, ਉਹ ਹੈਕੂਪ੍ਰੈਸ਼ਰ ਹੀ ਸੀਗਾ। ਸੋ ਸਾਨੂੰ ਪਤਾ ਵੀ ਨਹੀਂ ਹੁੰਦਾ ਕਿੱਥੇ ਉਹ ਆਇਆ, ਉਹ ਐਕਚੁਅਲ 'ਚ ਸਾਡੇ ਅੰਦਰ ਹੀ ਸਭ ਕੁਛ। ਸੋ ਤਾੜਨ ਵਾਲਾ ਵੀ ਪ੍ਰੋਸੈਸ ਹੁੰਦਾ ਸੀ। ਹਾਂਜੀ ਹਾਂਜੀ ਉਹ ਹਾਂ ਬਿਲਕੁਲ। ਦੇਖੋ ਅੱਗੇ ਹੁਣ ਤਾਂ ਕੋਈ ਕਰਦਾ ਹੀ ਨਹੀਂ, ਅਸੀਂ ਖੁਦ ਆਪਣੇ ਪੇਰੈਂਟਸ ਦੇ, ਮੈਂ ਚੜ੍ਹਦਾ ਰਿਹਾ, ਮੈਂ ਖੁਦ ਕਿਹਾ ਵੀ ਉੱਤੇ ਚੜ੍ਹ ਕੇ ਲਤਾੜਨਾ। ਹਾਂ ਉਹ ਦੇਖੋ ਇੰਨੀ ਵਧੀਆ ਚੀਜ਼ ਹੁੰਦੀ ਸੀਗੀ। ਹੁਣ ਤਾਂ ਨਾ ਸਰੀਰ ਉੱਦਾਂ ਦੇ ਨੇ ਨਾ ਬੱਚੇ। ਕਹਿਣ ਦਾ ਮਤਲਬ ਆ ਕਿ ਸਾਡਾ ਸਾਰਾ ਇੰਬੈਲੈਂਸ ਹੋ ਗਿਆ। ਅੱਗੇ ਘਰੋਂ ਥੱਕੇ ਟੁੱਟੇ ਹੋਣਾ, ਪੇਰੈਂਟਸ ਸਾਡੇ ਨੇ, ਮਾਤਾ ਪਿਤਾ ਨੇ ਲੰਮੇ ਪੈ ਜਾਣਾ, ਕਹਿਣਾ ਚੜ੍ਹ ਜਾ, ਆ ਜਾ ਉੱਤੇ ਚੜ੍ਹ ਜਾ, ਤੇ 2-4 ਮਿੰਟ ਬਿਲਕੁਲ ਉਹਨਾਂ ਕੀ ਹੁੰਦਾ ਸੀ, ਤੁਰਨ ਦੇ ਨਾਲ ਪ੍ਰੈਸ਼ਰ ਪੈਂਦਾ ਸੀਗਾ ਤੇ ਸਾਰਾ ਸਰੀਰ ਖੁੱਲ ਜਾਂਦਾ ਸੀਗਾ, ਨਾਲ ਦੀ ਨਾਲ ਹੀ ਉਹ ਐਕਟਿਵ ਹੋ ਜਾਂਦੇ ਸੀ ਕਿ ਹਾਂ ਮੇਰਾ ਥਕਾਵਟ ਲਿੱਥ ਗਈ। ਸੋ ਅਜਿਹੀਆਂ ਚੀਜ਼ਾਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਹੁੰਦੀਆਂ ਸੀਗੀਆਂ, ਪਰ ਹੁਣ ਕੋਈ ਕਰ ਨਹੀਂ ਪਾਉਂਦਾ। ਇਸ ਕਰਕੇ ਇਸ ਪ੍ਰਕਾਰ ਦੇ ਇੰਸਟਰੂਮੈਂਟ ਵੀ ਬਣਾਉਣੇ ਪਏ ਸਾਨੂੰ ਕਿ ਆਪ ਖੁਦ, ਜਿਵੇਂ ਸਰਵਾਈਕਲ ਦੀ ਪ੍ਰੋਬਲਮ ਤੇ ਜੇ ਕਿਸੇ ਦੇ ਕਰਨਾ ਹੋਵੇ, ਇਹ ਸਰਵਾਈਕਲ ਇੱਧਰ ਨੂੰ ਘੁੰਮ ਜਾਓ, ਮੈਮ ਉੱਧਰ ਨੂੰ ਹੋ ਜਾਓ, ਸਰਵਾਈਕਲ ਦੀ ਪ੍ਰੋਬਲਮ ਇਸ ਪ੍ਰਕਾਰ ਤੁਸੀਂ ਆਪ ਵੀ ਕਰ ਸਕਦੇ ਆ। ਜੇ ਤੁਹਾਡੇ ਕੋਈ ਪ੍ਰੋਬਲਮ ਆ, ਇਹ ਚੀਜ਼ਾਂ ਤੁਸੀਂ ਕਰ ਸਕਦੇ ਆ। ਇਹ ਜਿਵੇਂ ਹੁਣ ਬਾਂਹ ਦੇ ਆ, ਤੁਸੀਂ ਜੇ ਕੋਈ ਮਾੜੀ ਮੋਟੀ ਇੰਨੀ ਕੁ ਹੁਣ ਮਸਾਜ ਤੁਸੀਂ ਬੱਚੇ ਤੋਂ ਤਾਂ ਕਰਾ ਨਹੀਂ ਸਕਦੇ, ਨਾ ਬੱਚੇ ਕਰਦੇ ਆ, ਕਿਉਂਕਿ ਹੁਣ ਅੱਜ ਕੱਲ੍ਹ ਜਨਰੇਸ਼ਨ ਗੈਪ ਬਹੁਤ ਵੱਡਾ ਆ। ਪਰ ਹੁਣ ਹੈਲਦੀ ਦਾ ਰਹਿਣਾ ਹੈ ਨਾ ਜੀ, ਉਸ ਦੇ ਲਈ ਕੁਛ ਤਾਂ ਆਪ ਕਰ ਲਓ, ਨਾਲੇ ਕਸਰਤ ਇਸ ਤਰ੍ਹਾਂ ਤੁਸੀਂ ਆਪ ਵੀ ਕਰ ਸਕਦੇ ਆ, ਸਰਵਾਈਕਲ ਆਪ ਕਰ ਸਕਦੇ ਆ। ਜਦੋਂ ਤੁਸੀਂ ਰੈਗੂਲਰ ਬਸ ਕੰਟੀਨਿਊ ਰੱਖਣਾ ਆ, ਇਹ ਨਹੀਂ ਕਿ ਅੱਜ ਕੀਤਾ ਤੇ ਮੈਂ ਕੱਲ੍ਹ ਨੂੰ ਠੀਕ ਹੋ ਜਾ, ਉਹ ਦਿਮਾਗ 'ਚੋਂ ਕੱਢ ਦਿਓ। ਜੇ ਜਿੰਨਾ ਜਲਦੀ ਤੁਸੀਂ ਠੀਕ ਹੋਣ ਦੀ ਸੋਚ ਰਹੇ ਆ, ਉਨੇ ਹੀ ਜਲਦੀ ਤੁਸੀਂ ਬਿਮਾਰ ਵੀ ਹੋਵੋਗੇ। ਕਿਉਂਕਿ ਬਿਮਾਰੀ ਜਿਹੜੀ ਆ, ਤੁਸੀਂ ਕਹਿੰਦੇ ਆ ਕਿ ਇੱਕਦਮ ਜਦੋਂ ਤੁਸੀਂ ਗੋਲੀ ਖਾਂਦੇ ਆ, ਗੋਲੀ ਵੀ ਤਾਂ ਡਾਕਟਰ ਲਾਈਫ ਟਾਈਮ ਲਈ ਦੱਸਦਾ ਜੀ, ਤੇ ਤੁਸੀਂ ਉਹ ਕਹਿ ਨਹੀਂ ਸਕਦੇ ਕਿ ਮੈਂ ਗੋਲੀ ਖਾਧੀ ਤਾਂ ਠੀਕ। ਉਹ ਤਾਂ ਲਾਈਫ ਟਾਈਮ ਟਿਲ ਡੈਥ ਤੱਕ ਤੁਹਾਨੂੰ ਕਹਿੰਦੇ ਕਿ ਤੁਸੀਂ ਇਹ ਖਾਣੀ। ਅਸੀਂ ਤਾਂ ਕਹਿੰਦੇ 2-3 ਮਹੀਨੇ ਕਰ ਲਓ, ਉਹਦੇ ਨਾਲ ਹੀ ਤੁਹਾਡਾ ਠੀਕ ਹੋਣਾ ਚਾਹੀਦਾ। ਸਟਰੈਸ ਜਿਹੀ ਪ੍ਰੋਬਲਮ ਆ, ਡਿਪਰੈਸ਼ਨ ਜਿਹੀ ਪ੍ਰੋਬਲਮ ਆ ਕਿ ਅੱਜ ਕੱਲ੍ਹ ਦੇ ਯੰਗਸਟਰ ਨੂੰ ਬਹੁਤ ਹੋ ਰਹੀ ਹੈ। ਸੋ ਜੇ ਉਹੀ ਦਵਾਈਆਂ 'ਤੇ ਹੋ ਗਿਆ ਤੇ ਭਵਿੱਖ ਕੀ ਬਣੂਗਾ, ਫਿਊਚਰ ਕੀ ਹੋਊਗਾ, ਕੁਛ ਵੀ ਨਹੀਂ ਹੋਊਗਾ। ਯੰਗਸਟਰ ਨੂੰ ਤਾਂ ਹੋ ਰਹੀ ਹੈ। ਬਹੁਤ ਸਾਰੇ ਮੁਲਕ ਅਜਿਹੇ ਨੇ ਜਿੱਥੇ ਕਿ ਸੂਰਜ ਦੇਵਤਾ ਦਰਸ਼ਨ ਹੀ ਨਹੀਂ ਦੇ ਰਹੇ। ਉੱਥੇ ਦਾ ਸਟ੍ਰੈਸ ਜਿਹੜਾ, ਜਿਵੇਂ ਅਮਰੀਕਾ, ਕੈਨੇਡਾ, ਜਿਵੇਂ UK ਹੈਗਾ, ਇੱਥੇ ਤਾਂ 8-8 ਮਹੀਨੇ ਧੁੱਪ ਨਹੀਂ ਨਿਕਲਦੀ। ਇੱਥੇ ਡਿਪਰੈਸ਼ਨ ਦੇ ਪੇਸ਼ੈਂਟ ਜਿਹੜੇ ਬਹੁਤ ਜ਼ਿਆਦਾ ਹੈਗੇ। ਬਿਲਕੁਲ ਜੀ, ਦੇਖੋ ਆਪਾਂ ਤਾਂ ਕਿੰਨੇ ਖੁਸ਼ਕਿਸਮਤ ਆ ਕਿ ਆਪਣੀ ਕੰਟਰੀ ਦੇ ਵਿੱਚ ਸਭ ਕੁਝ ਅਵੇਲੇਬਲ ਹੈਗਾ ਆ, ਪਰ ਫਿਰ ਵੀ ਆਪਾਂ ਉਹ ਚੀਜ਼ਾਂ, ਜੇ ਕੋਈ ਬਾਹਰੋਂ ਹੁਣ ਕੈਨੇਡਾ ਤੋਂ ਆ ਕੇ ਡਾਕਟਰ ਬੋਲੂਗਾ ਫਿਰ ਤੁਸੀਂ ਕਰਨ ਲੱਗ ਪੈਣੀਆਂ। ਜੇ ਉੱਦਾਂ ਤੁਹਾਨੂੰ ਪਤਾ ਵੀ ਇਹ ਚੀਜ਼ਾਂ, ਆਪਣੇ ਬਜ਼ੁਰਗ ਜੇ ਤੁਹਾਨੂੰ ਕਹਿ ਦੂਗਾ ਘਰ ਦੇ ਵਿੱਚ ਇੱਦਾਂ ਕਰ ਲਿਆ ਕਰ, ਅਸੀਂ ਕਰਦੇ ਹੁੰਦੇ ਸੀ, ਠੀਕ ਹੋ ਜਾਂਦੇ ਸੀ, ਪਰ ਨਹੀਂ, ਲੈ ਇਹਨੂੰ ਕਿੱਥੇ ਪਤਾ ਕਹਿਣਾ। ਤੇ ਉਹ ਅੱਜ ਕੱਲ੍ਹ ਮੈਂਟਲੀ ਤੌਰ 'ਤੇ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਆ। ਸੋ ਤੁਸੀਂ ਗੱਲ ਕਰ ਰਹੇ ਸੀ ਅੱਖਾਂ ਦੇ ਪੁਆਇੰਟਾਂ ਦੀ, ਤੇ
ਤੇ ਜੇ ਕਿਸੇ ਦੀ ਨਿਗਾਹ ਵੀ ਘਟਦੀ ਹੋਵੇ ਜਾਂ ਕਿਸੇ ਨੂੰ ਸਟ੍ਰੈਸ ਦੀ ਪ੍ਰੋਬਲਮ ਰਹਿੰਦੀ ਹੋਵੇ, ਕਿਉਂਕਿ ਅੱਜ ਕੱਲ੍ਹ ਇਹ ਬਿਮਾਰੀਆਂ ਜਿਹੜੀਆਂ ਸਾਰੀਆਂ ਇੱਕ ਦੂਜੇ ਨਾਲ ਕਨੈਕਟਡ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬੋਡੀ ਹੋਲ ਕੰਮ ਕਰਦੀ ਹੈ ਤੇ ਕੋਈ ਅਲੱਗ ਪਾਰਟ ਬਿਮਾਰੀ ਇੱਕ ਦੂਜੇ ਨਾਲ ਅਟੈਚ ਹੁੰਦੀ ਹੈ, ਇੱਕ ਦੂਜੇ ਔਰਗਨ ਦੇ ਨਾਲ। ਸੋ ਜੇ ਅੱਖਾਂ ਦੀ ਪ੍ਰੋਬਲਮ ਆ, ਸਟ੍ਰੈਸ ਦੀ, ਇਹ ਸਵੇਰੇ ਸ਼ਾਮੀ ਤੁਸੀਂ 5 ਮਿੰਟ ਲਈ, ਤੁਸੀਂ ਜੇ ਬਹੁਤ ਥੱਕੇ ਹੋਏ ਆ ਕੇ ਆਪ ਹੀ ਕਰ ਲਿਓ ਇਹ ਵਾਲੇ। ਤੁਸੀਂ ਪੁਆਇੰਟ ਜਦੋਂ ਕਰਨਾ ਸ਼ੁਰੂ ਕਰੋਗੇ ਤੁਸੀਂ ਦੇਖੋਗੇ ਕਿ ਮੇਰੀ ਜਿਹੜੀ ਆ ਪ੍ਰੋਬਲਮ ਇਹ ਠੀਕ ਹੋਣੀ ਸ਼ੁਰੂ। ਇਹ ਹੱਡੀ ਹੁੰਦੀ ਆ ਆਪਣੀ, ਇਹ ਵਾਲੀ ਸਾਰੀ ਹੱਡੀ ਹੁੰਦੀ ਆ। ਹਾਂਜੀ, ਦੋਨਾਂ ਸਾਈਡਾਂ। ਤੁਸੀਂ ਆਪ ਕਰਨੇ ਤਾਂ ਇਸ ਤਰ੍ਹਾਂ ਕਰ ਸਕਦੇ ਹੋ। ਤੁਸੀਂ ਥੋੜ੍ਹੇ ਟਾਈਮ ਦੇ ਲਈ ਕਰਨਾ ਸ਼ੁਰੂ ਕਰ ਦਿਓ। ਰੂਟੀਨ ਦੇ ਵਿੱਚ ਤੁਹਾਡੀ ਅੱਖਾਂ ਦੀ ਨਿਗਾਹ ਜਿਹੜੀ ਆ ਤੁਹਾਡੀ ਘਟਣੀ ਸ਼ੁਰੂ ਹੋ ਗਈ ਹੈ ਨਾ, ਬਿਲਕੁਲ ਠੀਕ ਹੋਣੀ ਸੀ। ਕਿਉਂ? ਜਦੋਂ ਪ੍ਰੈਸ਼ਰ ਪਾਉਂਦੇ ਆ ਸਰਕੂਲੇਸ਼ਨ ਹੁੰਦੀ ਆ, ਬਸ ਸਾਰੀ ਖੇਡ ਬਲੱਡ ਦੀ ਸਰਕੂਲੇਸ਼ਨ ਦੀ ਹੈ। ਇੱਥੇ ਅੱਖਾਂ ਦੀਆਂ ਨਰਵਸ ਜਿਹੜੀਆਂ ਪਿੱਛੋਂ ਬਲੌਕ ਹੋਈਆਂ, ਸੁੰਗੜ ਗਈਆਂ, ਉਹਨਾਂ ਦੇ ਬਲੌਕੇਜ ਖੁੱਲ ਜਾਏਗੀ। ਹਾਂਜੀ, ਉਹਨਾਂ ਦੀ ਬਲੌਕੇਜ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਤੇ ਦੂਜਾ, ਜਿਹੜੀ ਇੱਥੇ એનર્ਜੀ ਸਟੋਰ ਹੋ ਜਾਂਦੀ ਜਾਂ ਥੋੜੀ ਰੁਕ ਜਾਂਦੀ ਆ, ਤੇ ਉਹਨੂੰ ਖੋਲ੍ਹਣ ਦੇ ਲਈ ਆਪਾਂ ਇਹ ਪ੍ਰੋਪਰਲੀ ਜਦੋਂ ਪ੍ਰੈਸ਼ਰ ਕਰਦੇ ਆ, ਜਿਹਦਾ ਸਿਰ ਦੁਖਦਾ ਜਾਂ ਤੁਸੀਂ ਜਦੋਂ ਸਟ੍ਰੈਸ ਜਾਂ ਕੁਝ ਵੀ ਤੁਹਾਡੇ ਕੰਮਕਾਰ ਕਰਕੇ ਸ਼ਾਮ ਨੂੰ એનર્ਜੀ ਡਾਊਨ ਕਰਕੇ ਦੇਖਿਓ ਇੱਕ ਵਾਰ, ਤੇ ਤੁਸੀਂ ਕਹੋਗੇ ਕਿ ਮੇਰੀਆਂ ਤਾਂ ਅੱਖਾਂ ਬਿਲਕੁਲ ਜਿੱਦਾਂ ਅੱਖਾਂ 'ਚ ਪਾਣੀ ਮਾਰਿਆ ਹੁੰਦਾ ਉਸ ਤਰ੍ਹਾਂ ਹੋ ਜਾਂਦੀਆਂ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਆ, ਆਪਾਂ ਇਹ ਕਰਨੀਆਂ ਸ਼ੁਰੂ ਕਰਦੀਆਂ ਤੇ ਸਾਡੇ ਕਾਫੀ ਸਾਰੇ ਪੁਆਇੰਟ ਆ। ਜਦੋਂ ਵੀ ਹੁਣ ਸੱਟ ਲੱਗਦੀ ਆ, ਜੇ ਫੋਰ ਐਗਜ਼ਾਮਪਲ ਤੁਹਾਡੇ ਕੁਲਵੰਤ ਸਿੰਘ ਜੀ ਸੱਟ ਲੱਗਦੀ, ਤੁਸੀਂ ਪਹਿਲਾਂ ਕੀ ਕਰਦੇ ਆ? ਪ੍ਰੈਸ਼ਰ ਹੀ ਦਿੰਦੇ ਆ, ਦੱਬ ਲੈਂਦੇ। ਸਾਨੂੰ ਵੀ ਪਤਾ ਆ, ਸਾਨੂੰ ਕੋਈ ਦੱਸਦਾ ਨਹੀਂ, ਕੋਈ ਕੁਛ ਨਹੀਂ। ਹਰ ਕੋਈ ਜਿੰਨੇ ਵੀ ਖੜੇ ਹੋ ਕਹਿਣਾ ਦੱਬ ਲਾ, ਘੁੱਟ ਕੇ ਦੱਬ ਲੈ ਇਹਨੂੰ, ਹੋਰ ਵੀ ਘੁੱਟ ਕੇ ਦੱਬ ਲਾ। ਸੋ ਉਹ ਕੀ ਆ? ਐਕੂਪ੍ਰੈਸ਼ਰ ਆ, ਔਰ ਰਿਲੀਫ ਦਿੰਦਾ ਹੈ। ਸੋ ਸਾਡੇ ਅੰਦਰ ਇਹ ਸਾਰੀਆਂ ਚੀਜ਼ਾਂ ਸਮਾਈਆਂ ਹੋਈਆਂ। ਸੋ ਕੁਦਰਤ ਦੇ ਨਾਲ ਜੁੜੀਏ। ਸਾਡਾ ਤਾਂ ਇਹੀ ਆ ਕਿ ਕਨਸੈਪਟ ਇਸ ਨੂੰ ਵਧਾ ਅੱਗੇ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਆਪਾਂ ਇਹਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ। ਇਹ ਜਿਹੜਾ ਤੁਸੀਂ ਇੱਥੇ ਦੱਸ ਰਹੇ ਸੀ ਮੱਥੇ ਦੇ ਆਹ ਪੁਆਇੰਟ ਦੱਬਣੇ ਨੇ, ਇਹ ਕਿਸ ਕੰਮ ਆਉਂਦਾ? ਹਾਂਜੀ, ਇਹ ਜਿਵੇਂ ਪੁੜਪੜੀਆਂ ਹੁੰਦੀਆਂ ਨਾ ਸਾਡੀਆਂ, ਇਹ ਆਹ ਜਗ੍ਹਾ ਬਹੁਤ ਅੱਜ ਕੱਲ੍ਹ ਦਰਦ, ਇੱਥੋਂ ਨਸਾਂ ਜਾਂਦੀਆਂ ਸਾਡੀਆਂ, ਇਹ ਸਾਡੀਆਂ ਅੱਖਾਂ ਦੀਆਂ। ਨੀਂਦਰਾਪਨ ਰਹਿੰਦਾ ਹੋਵੇ, ਪੁੜਪੜੀਆਂ, ਸਿਰ ਦਰਦ ਰਹਿੰਦਾ ਹੋਵੇ, ਇਹ ਕਲੌਕਵਾਈਜ਼ ਐਂਟੀ ਕਲੌਕਵਾਈਜ਼ ਸਵੇਰੇ 2-4 ਮਿੰਟ ਲਈ ਪ੍ਰੈਸ ਕਰ ਦਿਓ। ਤੁਹਾਡੀਆਂ ਅੱਖਾਂ ਦੀ ਨਿਗਾਹ ਵੀ ਵਧਣੀ ਸ਼ੁਰੂ ਹੋ ਜਾਊਗੀ। ਸਿਰ ਦਰਦ ਰਹਿੰਦਾ, ਸਟ੍ਰੈਸ ਰਹਿੰਦਾ, ਉਹ ਵੀ BP ਦੇ ਵਿੱਚ ਇਹ ਪੁੜਪੜੀਆਂ ਪੁੜਪੜ ਵੀ ਕਰਨ ਲੱਗ ਪੈਂਦੀਆਂ। ਠੀਕ ਹੈ, ਉਹ ਕੀ ਹੁੰਦਾ ਕਿ એનર્ਜੀ ਆ, ਬਲੋਕੇਜ ਆਈ ਆ ਕਿਤੇ ਨਾ ਕਿਤੇ, ਤਦੀ ਕਿ ਉਹ ਫੜਫੜਾ ਰਹੀ ਹੈ। ਸੋ ਜਦੋਂ ਤੁਸੀਂ ਇਸ ਤਰ੍ਹਾਂ ਡੇਲੀ ਕਰਨਾ ਸ਼ੁਰੂ ਕਰੋਗੇ, ਪ੍ਰੈਸ਼ਰ ਰਿਲੈਕਸ ਬਹੁਤ ਮਹਿਸੂਸ, ਤੁਸੀਂ ਸਪਾ ਮਸਾਜ ਕਰਨ ਜਾਓਗੇ, ਉੱਥੇ ਤੁਹਾਡੇ ਤੋਂ ਦੇਖੋ 7-8 ਹਜ਼ਾਰ ਰੁਪਈਆ, 5-6 ਹਜ਼ਾਰ ਰੁਪਈਆ ਜਾਂ 400-500 ਤੋਂ ਘੱਟ ਕੋਈ ਵੀ ਨਹੀਂ ਗੱਲ ਕਰਦਾ। ਹਾਂ, ਉਹ ਕੀ ਆਹੀ ਕਰਦੇ ਆ। ਸੋ ਉੱਥੇ ਤੁਹਾਨੂੰ ਪੈਸੇ ਵੀ ਜ਼ਿਆਦਾ ਲੱਗਦੇ ਆ। ਜੇ ਇਹ ਚੀਜ਼ਾਂ ਤੁਸੀਂ ਘਰ ਬੈਠੇ ਆਪ ਕਰ ਲਓ ਤੇ ਤੁਹਾਡੇ ਪੈਸੇ ਵੀ ਬਚਦੇ ਆ ਤੇ ਆਪ ਵੀ ਤੁਸੀਂ ਇੱਕ ਮਾਹਰ ਬਣ ਜਾਂਦੇ, ਆਪਣੇ ਡਾਕਟਰ ਬਣ ਜਾਂਦੇ ਆ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਆ। ਸੋ ਬਹੁਤ ਕੰਮ ਰੋਲ ਪਲੇ ਕਰ ਰਹੀ ਆ ਆਪਣੀ ਬੋਡੀ ਦੇ ਵਿੱਚ। ਸੋ ਇਹ ਕਰਨੀਆਂ ਚਾਹੀਦੀਆਂ। ਸਰਵਾਈਕਲ ਦੀ ਗੱਲ ਕੀਤੀ ਹੈ, ਇਹ ਤੁਸੀਂ ਇੱਥੇ ਗਰਦਨ ਦੇ ਉੱਤੇ ਇਹ ਕਰਨ ਕਿਤੇ ਚਾਰੇ ਪਾਸੇ ਘੁਮਾਉਣਾ ਹੈਗਾ ਇਹਨੂੰ, ਕੀ ਇਹਨੂੰ ਮੋਢੇ ਦੇ ਉੱਤੇ ਜਾਂ ਪਿੱਛੇ, ਕਿਉਂਕਿ ਸ਼ੋਲਡਰ ਪਲੇਟ ਦੇ ਨੀਚੇ ਵੀ ਸਰਵਾਈਕਲ ਦਾ ਪੁਆਇੰਟ ਹੁੰਦਾ ਜਿੱਥੇ ਉਹਦੇ ਤੇ ਵੀ ਕਰਨਾ ਹੈ, ਜੇ ਬਾਂਹ ਦੇ ਇੱਥੇ ਤੱਕ ਵੀ ਆਉਂਦਾ ਉੱਥੇ ਤੱਕ ਵੀ ਕਰਨਾ ਹੈਗਾ ਇਹ ਚੀਜ਼ਾਂ? ਐਕਚੁਅਲੀ ਜਿਹੜਾ ਸਰਵਾਈਕਲ ਹੁੰਦਾ ਹੈ, ਇੱਕ ਤਾਂ ਟ੍ਰਾਇੰਗਲ ਬਣਦਾ ਇਹਦਾ। ਹਾਂਜੀ, ਇੱਕ ਨੋ ਬੋਨ ਹੁੰਦਾ, ਇੱਕ ਜੈਸ ਬੋਨ ਹੁੰਦਾ। ਇੱਕ ਨੋ ਬੋਨ ਹੁੰਦਾ, ਇੱਕ ਜੈਸ ਬੋਨ ਹੁੰਦਾ। ਜਦੋਂ ਤੁਸੀਂ ਇਸ ਤਰ੍ਹਾਂ ਕਰ ਰਹੇ ਆ, ਇਹ ਮਤਲਬ ਕਿ ਤੁਹਾਡਾ ਨੋ ਬੋਨ ਆ, ਮਤਲਬ ਕਿ ਇਹ 'ਚ ਬੋਨ ਨਹੀਂ ਕੰਮ ਕਰ ਰਹੇ, ਤੁਹਾਡੇ ਮਸਲ ਕਰ ਰਹੇ ਆ। ਇਹ ਜੈਸ ਬੋਨ ਜੈਸ ਮਸਲ, ਜਿਹੜੇ ਮਸਲ ਕੰਮ ਕਰ ਰਹੇ ਆ, ਇਹ ਨੋ ਬੋਨ ਸਰਵਾਈਕਲ ਆ ਗਿਆ। ਜਦੋਂ ਤੁਸੀਂ ਉੱਪਰ ਤੋਂ ਨੀਚੇ ਨੂੰ ਕਰ ਰਹੇ, ਇਹਦੇ ਵਿੱਚ ਤੁਹਾਡੀ ਬੋਨ ਕੰਮ ਕਰ ਰਹੀ, ਇਹਦੇ ਵਿੱਚ ਜਿਹੜਾ ਇਹ ਬੋਨ ਦੇ ਵਿੱਚ ਆ ਜਾਂਦਾ ਹੈ ਸਰਵਾਈਕਲ। ਸੋ ਉਸ ਹਿਸਾਬ ਨਾਲ ਤੁਸੀਂ ਡਾਇਗਨੋਜ਼ ਕਰ ਸਕਦੇ, ਜਿਹੜਾ ਮੈਂ ਤੁਹਾਨੂੰ ਦੱਸਿਆ। ਸੋ ਕਈ ਵਾਰ ਜਿਹੜਾ ਮਸਕੂਲਰ ਹੁੰਦਾ ਇੱਥੇ ਹੁੰਦਾ ਸਾਡੀ ਬਾਂਹ ਦੇ ਵਿੱਚ ਚੱਲ ਜਾਂਦਾ, ਚੀਚੀ ਦੀ ਉਂਗਲੀ ਦੇ ਵਿੱਚ ਚੱਲ ਜਾਂਦਾ। ਇੱਥੇ ਅੰਗੂਠੇ ਦੇ ਵਿੱਚ ਅਸੀਂ ਪੁਆਇੰਟ ਦੱਸਦੇ ਆ, ਫਿਰ ਉਹ ਪੁਆਇੰਟਾਂ ਤੋਂ ਤੁਸੀਂ ਸ਼ੁਰੂ ਕਰ ਸਕਦੇ। ਸ਼ੁਰੂਆਤ ਜਿਹੜੀ ਕਰਨੀ ਆ, ਇਹ ਪੁਆਇੰਟ ਹੁੰਦੇ ਸਾਡੇ। ਜਿੰਨਾ ਵੀ ਅੰਗੂਠਾ ਆ, ਜਿਵੇਂ ਤੁਹਾਨੂੰ ਬ੍ਰੇਨ ਦੱਸਿਆ ਸੀਗਾ, ਅੰਗੂਠੇ 'ਤੇ ਹੁੰਦਾ, ਉਹਦੀ ਬੈਕ ਸਾਈਡ ਫਿਰ ਸਾਡਾ ਸਾਰਾ ਇਹ ਸਰਵਾਈਕਲ ਦਾ ਗਰਦਨ ਦਾ ਏਰੀਆ ਹੁੰਦਾ। ਸੋ ਇਹਨੂੰ ਤੁਸੀਂ ਪ੍ਰੈਸ ਕਰ ਸਕਦੇ ਆ। ਹੁਣ ਕੁਛ ਫੋਨ ਵੀ ਕਾਲਸ ਆਈਆਂ ਮੈਨੂੰ ਕਿ ਅਸੀਂ ਤਾਂ ਜਿੱਦਾਂ ਤੁਸੀਂ ਦੱਸਿਆ ਇੱਦਾਂ ਕਰਨ 'ਤੇ ਹੀ ਕਾਫੀ ਆਰਾਮ ਫੀਲ ਕਰ ਰਹੇ ਆ, ਕਾਫੀ ਠੀਕ ਫੀਲ ਕਰ ਰਹੇ ਆ, ਚੱਕਰ ਆਉਣ ਲੱਗ ਪਏ ਸੀਗੇ, ਉਹ ਠੀਕ ਹੋ ਗਏ। ਸੋ ਰੂਟੀਨ 'ਚ ਉਹ ਕਹਿੰਦੇ ਸੀ ਘਰੇ ਬੈਠੇ ਹੀ ਠੀਕ ਹੋ ਗਿਆ, ਘਰੇ ਬੈਠੇ ਵੀਡੀਓ ਦੇਖ ਕੇ। ਬਿਲਕੁਲ ਜੀ, ਆਪਣੀ ਵੀਡੀਓ ਦੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਦੇਖੋ। ਤੇ ਉਹ ਰਿਟਾਇਰ ਸੀਗੇ ਆਪਣੇ ਰੇਲਵੇ 'ਚੋਂ, ਤੇ ਕਹਿੰਦੇ ਮੈਂ ਤਾਂ ਬਹੁਤ ਹੀ ਠੀਕ ਹੋ ਗਿਆ, ਕਹਿੰਦੇ ਸਪੈਸ਼ਲ ਮਿਲਣ ਆਊਂਗਾ। ਹਾਂਜੀ, ਕਹਿੰਦੇ ਸਪੈਸ਼ਲ, ਕਹਿੰਦੇ ਬਹੁਤ ਵਧੀਆ ਤੁਸੀਂ ਦੱਸ ਰਹੇ ਆ, ਤੇ ਸਾਡਾ ਤਾਂ ਇੱਦਾਂ ਹੀ ਠੀਕ ਹੋ ਗਿਆ। ਕਹਿੰਦੇ ਅਸੀਂ ਹੋਰ ਵੀ ਚੀਜ਼ਾਂ ਆ ਕੇ ਪੁੱਛਾਂਗੇ, ਯਾਨੀ ਕਿ ਇੱਕ ਵਿਸ਼ਵਾਸ ਬਣ ਜਾਂਦਾ ਜਦੋਂ ਠੀਕ ਹੋਣਾ ਸ਼ੁਰੂ ਹੁੰਦੇ ਆ। ਬਟ ਕਰਨਾ ਪੈਂਦਾ। ਜੇ ਹੁਣ ਆਪਾਂ ਗੱਲਾਂ ਵੀਡੀਓ ਸੁਣ ਕੇ ਦੇਖ ਕੇ ਹਟ ਗਏ, ਕੀਤਾ ਕੁਛ ਵੀ ਨਾ, ਤਾਂ ਫਿਰ ਨਹੀਂ।
ਬਸ ਕਰਨਾ ਪੈਂਦਾ ਰੂਟੀਨ ਦੇ ਵਿੱਚ। ਸਵੇਰ ਨੂੰ 5 ਤੋਂ 10 ਮਿੰਟ ਕੱਢੋ ਆਪਣੇ ਲਈ, ਸ਼ਾਮ ਨੂੰ ਤੇ ਸਵੇਰ ਨੂੰ ਇੰਨਾ ਕੁ ਕਰਨਾ ਸ਼ੁਰੂ ਕਰ ਦਿਓ, ਤੁਹਾਡੀਆਂ ਗੋਲੀਆਂ ਹੌਲੀ ਹੌਲੀ ਛੁੱਟਣੀਆਂ ਸ਼ੁਰੂ ਹੋ ਜਾਊਗੀਆਂ। ਅੱਛਾ, ਇਹ ਜਿਹੜੇ ਆਹ ਨੇ ਇਹ ਕਿੱਥੋਂ ਮਿਲਣਗੇ ਜੀ? ਇਹ ਤੁਸੀਂ ਇੱਥੇ ਸਾਡੇ ਤੋਂ ਮਿਲ ਸਕਦੇ ਆ, ਅਵੇਲੇਬਲ ਆ। ਤੁਸੀਂ ਜਦੋਂ ਵੀ ਕੋਰੀਅਰ ਵੀ ਹੋ ਜਾਊਗਾ, ਘਰ ਡਿਸਪੈਚ ਵੀ ਹੋ ਜਾਊਗਾ। ਅਸੀਂ ਕਰਦੇ ਰਹੇ ਆ, ਕੈਨੇਡਾ ਦੇ ਵਿੱਚ ਭੇਜੇ, ਅਮਰੀਕਾ 'ਚ ਭੇਜੇ, ਮਲੇਸ਼ੀਆ ਭੇਜੇ। ਰੀਸੈਂਟਲੀ ਹੁਣ ਇੱਕ ਹੋਰ ਆਰਡਰ ਆਇਆ ਹੋਇਆ ਅਮਰੀਕਾ ਤੋਂ ਆਇਆ ਹੋਇਆ। ਸੋ ਬਾਹਰਲਿਆਂ ਨੇ ਆਪਣੇ ਸਪੈਸ਼ਲ ਇੱਧਰ ਜਿਹੜੀ ਫੈਮਿਲੀ ਰਹਿੰਦੀ ਉਹਨਾਂ ਲਈ ਤਾਂ ਆਰਡਰ ਕਰ ਹੀ ਰਹੇ ਆ, ਆਪਣੇ ਲਈ ਵੀ ਸਪੈਸ਼ਲ ਕਰ ਰਹੇ ਆ। ਕਹਿੰਦੇ ਸਾਡੇ ਪੇਰੈਂਟਸ ਨੂੰ ਇਹ ਲੋੜ ਆ, ਕਿਉਂਕਿ ਉਹ ਦੇਖਦੇ ਆ ਕਿ ਬਿਮਾਰੀਆਂ ਨੂੰ ਉੱਥੇ ਭੱਜ ਦੌੜ ਬਹੁਤ ਆ। ਠੀਕ ਹੈ ਜੀ, ਉਹ ਦੇਖਦੇ ਕਿ ਇਹਨਾਂ ਚੀਜ਼ਾਂ ਦੇ ਨਾਲ ਜੇ ਆਪਾਂ ਥੋੜ੍ਹਾ ਟਾਈਮ ਇੱਥੇ ਵੀ ਦੇ ਲਈਏ ਤਾਂ ਸਾਡੀ ਲਾਈਫ ਠੀਕ ਹੋ ਜਾਏ, ਕਿਉਂਕਿ ਬਾਹਰ ਮੈਡੀਕਲ ਵੀ ਬਹੁਤ ਮਹਿੰਗਾ ਆ। ਸੋ ਇਹ ਚੀਜ਼ਾਂ ਕਰਕੇ ਠੀਕ ਹੋ ਸਕਦੇ ਉਹਨਾਂ ਨੂੰ। ਜਦੋਂ ਇਹ ਚੀਜ਼ਾਂ ਦੀ ਵੈਲਿਊ ਦਾ ਪਤਾ ਲੱਗਦਾ, ਅੱਜ ਤੱਕ ਇਹਦੀ ਵੈਲਿਊ ਨਹੀਂ ਕਿਸੇ ਨੇ ਦੱਸੀ। ਸੋ ਇਹ ਇੰਸਟਰੂਮੈਂਟ ਦੀ ਵੈਲਿਊ, ਇਹ ਡਾਟਡ ਹੀ ਕਿਉਂ ਆ, ਇਹਦੀ ਵੈਲਿਊ ਨਹੀਂ ਕਿਸੇ ਨੇ ਦੱਸੀ। ਸੋ ਇਹ ਡਾਟਡ ਕਿਉਂ ਆ, ਇਹ ਨੁਕੀਲੀ ਕਿਉਂ ਆ, ਇਹ ਚੀਜ਼ਾਂ ਦੀ ਵੈਲਿਊ ਨਹੀਂ ਪਤਾ ਸੀ। ਇੰਸਟਰੂਮੈਂਟ ਤਾਂ ਹੈਗੇ ਆ, ਬਟ ਯੂਜ਼ ਕਿਵੇਂ ਕਰਨੇ ਆ, ਵਰਤਣੇ ਕਿਵੇਂ, ਇਹ ਨਹੀਂ ਲੋਕਾਂ ਨੂੰ। ਜਦੋਂ ਹੁਣ ਪਤਾ ਲੱਗਣ ਲੱਗਾ ਤੇ ਕਾਫੀ ਲੋਕਾਂ ਨੇ ਇਹਦਾ ਆਰਡਰ ਵੀ ਕੀਤਾ ਤੇ ਅਸੀਂ ਕੋਰੀਅਰ ਐਟ ਏ ਹੋਮ ਡਿਲੀਵਰੀ ਦੇ ਦਿੰਦੇ। ਇਹ ਵੈਸੇ ਤਾਂ ਜੇ ਮੈਮ ਇੱਧਰ ਨੂੰ ਹੋ ਜਾਓ, ਇਹ ਜਿਵੇਂ ਗੱਠਾਂ ਨਹੀਂ ਬਣ ਜਾਂਦੀਆਂ, ਕਈਆਂ ਦੇ ਗੱਠਾਂ ਸਰੀਰ ਦੇ ਵਿੱਚ ਬਣ ਜਾਂਦੀਆਂ, ਉੱਥੇ ਤੁਸੀਂ ਲਗਾ ਵੀ ਸਕਦੇ ਆ। ਇਸ ਪ੍ਰਕਾਰ ਜੇ ਗੱਠ ਬਣ ਰਹੀ ਆ, ਇੱਦਾਂ ਲਾ ਕੇ ਛੱਡ ਦਿਓ। ਤੇ ਇਹਨੇ ਵੈਕਿਊਮ ਕ੍ਰੀਏਟ ਕਰਨਾ। ਵੈਕਿਊਮ ਕ੍ਰੀਏਟ ਕਰਨ ਦੇ ਨਾਲ ਉਹ ਜਿਹੜੀ ਖਿੱਚ ਪਾਉਂਦਾ, ਜਿੱਥੇ ਉਹ ਸਰਕੂਲੇਸ਼ਨ, ਜਿੱਥੇ ਗੱਠ ਬਣੀ ਆ ਉੱਥੇ ਦਬਾਅ ਪਾਉਣਾ ਤੇ ਉਹਦੀ ਹਲਚਲ ਹੋਣੀ ਸ਼ੁਰੂ ਹੋਣੀ ਹੈ। ਉਹਨੇ ਆਪਣੀ ਜਗ੍ਹਾ ਤੋਂ ਹਟਣਾ ਸ਼ੁਰੂ ਹੋ ਜਾਣਾ ਗੱਠਾਂ ਨੇ। ਸੋ ਇਹ ਇੱਕ ਤਾਂ ਗੱਠਾਂ 'ਚ ਕੰਮ ਕਰਦਾ। ਦੂਜਾ ਇਹ ਦੇਖੋ ਵੈਕਿਊਮ ਕ੍ਰੀਏਟ ਹੋ ਗਿਆ ਸੀਗਾ। ਸੋ ਸਰਵਾਈਕਲ ਦੀ ਪ੍ਰੋਬਲਮ ਆ ਜਾਂਦੀ, ਜੇ ਤੁਹਾਨੂੰ ਪ੍ਰੋਬਲਮ ਆਈ ਹੈ ਤੁਸੀਂ ਆਪ ਵੀ ਲਾ ਸਕਦੇ। ਇਹ ਜਿਹੇ ਚੀਜ਼ਾਂ ਇੱਦਾਂ ਕਰਕੇ, ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਛੱਡ ਦੇਣਾ। ਬਸ ਇਹਨੇ ਵੈਕਿਊਮ ਕ੍ਰੀਏਟ ਕਰਨਾ ਸ਼ੁਰੂ ਕਰ ਦੇਣਾ। ਸੋ ਨਾਸਾ ਇੱਥੇ ਹੁਣ ਇਹਨੇ ਖਿੱਚ ਪਾਈ ਹੈ, ਇੱਧਰੋਂ ਵੀ ਖਿੱਚ ਪਾ ਰਿਹਾ, ਇੱਧਰੋਂ ਵੀ ਤਾਂ ਉੱਤੋਂ ਵੀ। ਇੱਥੇ ਬਲੱਡ ਦਾ ਸਰਕੂਲੇਸ਼ਨ ਇੱਥੇ ਜ਼ਿਆਦਾ ਵੱਧ ਗਿਆ। ਹੁਣ ਜਿੱਥੇ ਦਰਦ ਆ ਉੱਥੇ ਲਗਾਉਣਾ, ਤੇ ਉੱਥੇ ਬਲੱਡ ਜ਼ਿਆਦਾ ਹੋਊਗਾ ਤਾਂ ਬਿਮਾਰੀ ਨਾਲ ਲੜਨ ਦੀ ਸ਼ਕਤੀ ਆਟੋਮੈਟਿਕਲੀ ਵੱਧ ਜਾਣੀ। ਸੋ ਇਹਦੇ ਨਾਲ ਇਹ ਫਾਇਦਾ ਹੁੰਦਾ ਹੈ। ਜੇ ਕਿਸੇ ਦੇ ਮਣਕੇ ਦੱਬ ਜਾਂਦੇ ਆ, ਉਹ ਵੀ ਤੁਸੀਂ ਲਗਾ ਸਕਦੇ ਆ। ਜੇ ਕਿਸੇ ਦੇ ਵੀ ਦੱਬ ਜਾਂਦੇ, ਇਹ ਦੇਖੋ ਮੈਮ ਉੱਧਰ ਨੂੰ ਹੋ ਜਾਓ, ਇਸ ਪ੍ਰਕਾਰ ਇਹ ਲਗਾ ਸਕਦੇ। ਦੇਖੋ ਕੋਈ ਨਹੀਂ ਹਿਲ ਰਿਹਾ, ਸਿਰਫ ਲਾ ਕੇ। ਇਹ ਬੇਸਿਕ ਚੀਜ਼ਾਂ ਆ। ਇੱਕ ਸਪੈਸ਼ਲ ਵੈਕਿਊਮ ਕ੍ਰੀਏਟ ਕਰਦੇ, ਉਹ ਜਿਹੜੇ ਪ੍ਰੋਫੈਸ਼ਨਲ ਹੁੰਦੇ ਉਹ ਕਰ ਸਕਦੇ ਆ। ਇਹ ਹਰ ਕੋਈ ਕਰ ਸਕਦਾ ਹੈ। ਸੋ ਗੱਠਾਂ ਦੀ ਪ੍ਰੋਬਲਮ ਹੋਵੇ, ਸਰਵਾਈਕਲ ਦੀ ਪ੍ਰੋਬਲਮ ਹੋਵੇ, ਜਾਂ ਜਿੱਥੇ ਦਰਦ ਹੋ ਰਿਹਾ ਉੱਥੇ ਲਗਾ ਸਕਦੇ ਆ। ਹਾਂਜੀ, ਇਹ ਕੁੱਪੇ ਜਿਹੜੇ ਨੇ ਸਾਰੇ ਜਿਹੜਾ ਬੰਦਾ ਪੂਰੀ ਰੀੜ੍ਹ ਦੀ ਹੱਡੀ ਜਿੱਥੇ ਜਿੱਥੇ ਸਮੱਸਿਆ ਹੋਵੇਗੀ ਉੱਥੇ ਇੱਦਾਂ ਕਰਕੇ ਲਾਇਆ ਤੇ ਉੱਥੇ ਵੈਕਿਊਮ। ਅਸੀਂ ਹੁਣ ਜਿਹੜੀ ਤੁਸੀਂ ਹਸਪੀਟਲ ਸ਼ੁਰੂ ਕਰਨ ਜਾ ਰਹੇ ਆ, ਉਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਆਪਾਂ ਦੱਸਾਂਗੇ ਕਿ ਕਿਵੇਂ ਤੁਸੀਂ ਇਹ ਚੀਜ਼ਾਂ ਦਾ ਯੂਜ਼ ਕਰ ਸਕਦੇ ਆ। ਇਸ ਤਰ੍ਹਾਂ ਅੱਗੇ ਗੜਬੀਆਂ ਲਾਉਂਦੇ ਹੁੰਦੇ ਸੀਗੇ, ਬਟ ਉਹ ਕਿਤੇ ਨਾ ਕਿਤੇ ਕਈਆਂ ਨੂੰ ਸਾਈਡ ਇਫੈਕਟ ਕਰਦੇ, ਕਿਉਂਕਿ ਉੱਥੇ ਪ੍ਰੈਸ਼ਰ ਮੇਨਟੇਨ ਨਹੀਂ ਹੁੰਦਾ। ਇਹਦੇ ਵਿੱਚ ਹੁਣ ਪ੍ਰੈਸ਼ਰ ਮੇਨਟੇਨ ਆ, ਬਸ ਇੱਦਾਂ ਕਰਕੇ ਛੱਡ ਦੇਣਾ, ਕੋਈ ਜ਼ਿਆਦਾ ਨਹੀਂ ਕੋਈ ਘੱਟ ਨਹੀਂ। ਸੋ ਇਹ ਕੁਛ ਨਹੀਂ, ਦੇਖੋ ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਇਹ ਹਰ ਇੱਕ ਯੂਜ਼ ਕਰ ਸਕਦਾ। ਅਜਿਹੀਆਂ ਚੀਜ਼ਾਂ ਸਾਡਾ ਤਾਂ ਮੇਨ ਮੋਟਿਵ ਇਹੀ ਆ ਕਿ ਨਿੱਕੀ ਮੋਟੀ ਜਾਂ ਕੁਛ ਪ੍ਰੋਬਲਮ ਜਿਹੜੀਆਂ ਜਦੋਂ ਆਉਂਦੀ ਆ ਉਦੋਂ ਹੀ ਠੀਕ ਕਰ ਲੈਣ ਪੇਸ਼ੈਂਟ। ਹੁਣ ਇਹ ਜਿਹੜੇ ਅੱਜ ਪੁਆਇੰਟ ਦੱਸੇ ਆ, ਕਈਆਂ ਨੂੰ ਹੁੰਦਾ ਹੈ ਕਿ ਅੱਜ ਮੇਰੇ ਦਰਦ ਹੋਣੀ ਸ਼ੁਰੂ ਹੋਈ ਆ ਤੇ ਮੈਂ ਡਾਕਟਰ ਤੋਂ ਕੱਲ੍ਹ ਜਾਊਂਗੀ, ਪਰਸੋਂ ਜਾਊਂਗੀ, ਇੱਦਾਂ ਹੀ ਮਹੀਨਾ ਖੜਾ, ਹੋਰ ਟੈਨਸ਼ਨ ਆ ਜਾਂਦੀਆਂ। ਉਹ ਬਿਮਾਰੀ ਜਦੋਂ ਬਹੁਤ ਹਾਈ ਲੈਵਲ 'ਤੇ ਚੱਲ ਜਾਂਦੀ, ਫਿਰ ਸਾਨੂੰ ਭੱਜ ਦੌੜ ਪੈਂਦੀ ਹੈ। ਪਰ ਜੇ ਪੁਆਇੰਟ ਪਤਾ ਹੋਣਗੇ, ਹਾਂ ਮੇਰੇ ਟੈਨਸ਼ਨ ਹੋ ਰਹੀ ਅੱਜ ਮੈਂ ਇਹ ਦੱਬ ਲੈਂਦੀ ਹੈ, ਉਹ ਹਜੇ ਬਿਮਾਰੀ ਸ਼ੁਰੂ ਹੋਈ ਆ, ਹਜੇ ਬਣਨੀ ਸ਼ੁਰੂ ਹੋਈ ਆ, ਆਪਾਂ ਉਦੋਂ ਹੀ ਉਹਨੂੰ ਦੱਬ ਲੈਣਾ। ਇਹ ਜਦੋਂ ਤੁਸੀਂ ਕਰਨ ਲੱਗ ਪਏ, ਮਤਲਬ ਕਿ ਇਹ ਪ੍ਰੀਵੈਂਟਿਵ ਮੈਥਡ ਆ। ਇਹ ਨਹੀਂ ਹੈ ਕਿ ਜਿਹਨੂੰ ਪ੍ਰੋਬਲਮ ਆ ਉਹੀ ਕਰ ਸਕਦਾ, ਜਿਹਨੂੰ ਨਹੀਂ ਪ੍ਰੋਬਲਮ ਉਹਨੂੰ ਬਿਮਾਰੀ ਆਊਗੀ ਨਹੀਂ। ਠੀਕ ਹੈ, ਇਹ ਰੈਗੂਲਰ ਕਰਦੇ ਰਹੋ। ਉਸ ਦੇ ਨਾਲ ਤੁਸੀਂ ਬਿਮਾਰੀ ਤੋਂ ਬਚ ਕੇ ਵੀ ਰਹਿ ਸਕਦੇ ਆ ਤੇ ਆਉਣ ਵੀ ਨਹੀਂ ਦਓਗੇ ਤੇ ਜਵਾਨ ਰਹੋਗੇ। ਇਹ ਚੀਜ਼ਾਂ ਤੁਸੀਂ ਜੇ ਤੁਹਾਨੂੰ ਪਤਾ ਹੋ ਗਈਆਂ, ਬਸ ਕਰਨੀਆਂ ਪੈਂਦੀਆਂ। ਅੱਛਾ, ਇਹ ਕੋਈ ਜੇ ਕਿਸੇ ਦੀ ਖੂਬਸੂਰਤੀ ਵਧਾਉਣ ਲਈ ਵੀ ਕੀ ਤੁਹਾਡੇ ਕੋਲ ਹੈਗਾ ਕੋਈ ਮੈਥਡ? ਹਾਂਜੀ ਬਿਲਕੁਲ ਜੀ, ਉਹਦੇ ਫੇਸ਼ੀਅਲ ਪੁਆਇੰਟ ਹੁੰਦੇ ਆ ਸਾਡੇ। ਉਹਦੇ ਚਲੋ ਆਪਾਂ ਮਾਈਗ੍ਰੇਨ ਦੀ ਗੱਲ ਕਰ ਰਹੇ ਸੀਗੇ, ਤਾਂ ਕਹਿੰਦਾ ਕਿ ਉਹ ਮੈਂ ਅਗਲੀ ਵੀਡੀਓ ਮੈਂ ਤੁਹਾਡੇ ਤੋਂ ਉਹ ਬਣਵਾਉਣੀ ਹੈਗੀ ਵੀ ਕਿਸੇ ਦੀ ਖੂਬਸੂਰਤੀ ਵਧਵਾਉਣੀ ਹੋਵੇ ਤੇ ਉਹ ਜਿਹੜੀ ਉਹਦੇ ਲਈ ਜਿਹੜੀ ਆਪਾਂ ਨੂੰ ਕੀ ਕੀ ਕਰਨਾ ਹੋਏਗਾ ਤਾਂ ਕਿ ਉਹ ਜਿਹੜੀ ਸੁੰਦਰਤਾ ਵਧੇ, ਸਕਿਨ ਦੇ ਵਿੱਚ ਚਮਕ ਆਵੇ, ਉਹ ਚੀਜ਼ਾਂ ਹੋਣੀਆਂ। ਬਿਲਕੁਲ, ਚਮਕ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਦੇਖੋ, ਜਦੋਂ ਹੱਸ ਕੇ ਹਟਦੇ ਆ ਜਾਂ ਬਲੈਮਿਸ਼ਸ ਵੀ ਹਟ ਜਾਂਦੇ ਆ। ਜਦੋਂ ਤੁਸੀਂ ਹੱਸ ਕੇ ਹਟਦੇ ਬਿਲਕੁਲ ਲਾਲ ਹੋ ਜਾਂਦੇ ਆ। ਕਿਉਂਕਿ ਹਰ ਇੱਕ ਮਸਲ ਤੁਹਾਡਾ ਹਾਸਾ ਜਦੋਂ ਹੱਸਦੇ ਆ, ਹਰ ਫੇਸ ਦਾ ਮਸਲ ਕੰਮ ਕਰਦਾ ਆ। ਹਾਂਜੀ, ਸਾਰੇ ਕੰਮ ਕਰਦੇ ਆ। ਸੋ ਉਹ ਕੁਛ ਪੁਆਇੰਟ ਹੁੰਦੇ ਆ, ਜੇ ਅਸੀਂ ਉਹ ਪੁਆਇੰਟ ਪ੍ਰੈਸ ਕਰਾਂਗੇ, ਉਹ ਐਜ਼ ਇਟ ਇਜ਼, ਜਿੱਦਾਂ ਤੁਸੀਂ ਹੁਣ ਹਰ ਟਾਈਮ ਹੱਸ ਵੀ ਨਹੀਂ ਸਕਦੇ, ਠੀਕ ਹੈ, ਜਿਹੜੇ ਕਈ ਸਟ੍ਰੈਸ 'ਚ ਵੀ ਰਹਿੰਦੇ ਆ ਜਾਂ ਉਹ ਵੀ ਪੁਆਇੰਟ ਕਰਨ ਲੱਗ ਪਊਗੇ,
ਉਹਨਾਂ ਦੀ ਸਰਕੂਲੇਸ਼ਨ ਵਧੀਆ ਹੋਊਗੀ ਤੇ ਮਸਲ ਕੰਮ ਕਰੂਗੇ ਤੇ ਆਟੋਮੈਟਿਕਲੀ ਤੁਹਾਡਾ ਗਲੋ ਵਧੂਗਾ। ਜਾਂਦੇ ਜਾਂਦੇ ਮੈਂ ਉਹ ਤਾਂ ਵੀਡੀਓ ਤੁਹਾਡੇ ਤੋਂ ਬਣਾਉਣੀ ਹੈ, ਅਗਲੀ ਵਾਰ ਮੈਂ ਉਹ ਬਣਾਉਂਗਾ। ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਂ ਇਹ ਨੋਟ ਕੀਤੀ, ਆਪਾਂ ਸਟ੍ਰੈਸ ਦੀ ਗੱਲ ਕੀਤੀ ਹੈ, ਮਾਈਗ੍ਰੇਨ ਦੀ ਗੱਲ ਕੀਤੀ ਹੈ, ਡਿਪਰੈਸ਼ਨ ਦੀ ਗੱਲ ਕੀਤੀ ਹੈ। ਸਟ੍ਰੈਸ, ਮਾਈਗ੍ਰੇਨ, ਡਿਪਰੈਸ਼ਨ ਜਿਹੜਾ ਇੱਕ ਐਸੀ ਚੀਜ਼ ਹੈ ਜਿਹੜਾ ਕਿ ਮੱਥੇ ਨੂੰ ਐਂ ਕਰ ਦਿੰਦਾ। ਹਰ ਬੰਦਾ ਉਹ ਜਿਹਨੂੰ ਮਾਈਗ੍ਰੇਨ ਹੈ ਜਾਂ ਜਿਹਨੂੰ ਡਿਪਰੈਸ਼ਨ ਹੈ ਨਾ, ਉਹਦੇ ਮੱਥੇ ਤੇ ਆਹ ਜ਼ਰੂਰ ਬਣਿਆ ਹੋਊਗਾ ਐਂ, ਉਹਨੂੰ ਜਿੰਨਾ ਮਰਜ਼ੀ ਕਰ ਲਓ ਉਹ ਹਟਾਏਗਾ ਹੀ ਨਹੀਂ। ਉਹਦੇ ਲਈ ਕੀ ਕਰੇ ਉਹ, ਮਤਲਬ ਤਾਂ ਕਿ ਉਹ ਕਿਉਂਕਿ ਉਹ ਇੱਕ ਉੱਥੇ ਪੁਆਇੰਟ ਬਣ ਗਿਆ ਉਹਦਾ, ਤੇ ਉਹ ਵੀ ਇੱਕ ਕਾਰਨ ਬਣਦਾ ਸਟ੍ਰੈਸ ਦਾ। ਉਹਦਾ ਦੱਸਦਾ ਆ ਕਿ ਉਹ ਸਾਈਨ ਹੁੰਦਾ ਕਿ ਸਟ੍ਰੈਸ 'ਚ ਕਿੰਨਾ ਰਿਹਾ ਹੁਣ ਤੱਕ, ਤੇ ਅੱਗੇ ਵੀ ਰਹਿ ਸਕਦਾ ਆ। ਸੋ ਹੁਣ ਤੱਕ ਜਿਹਨੇ ਸਟ੍ਰੈਸ ਲੈ ਲਈ ਸੀ ਉਹ ਤਾਂ ਲੈ ਲਈ, ਬਟ ਉਹਨੂੰ ਅਸੀਂ ਘਟਾ ਵੀ ਨਹੀਂ ਸਕਦੇ ਕਿਉਂਕਿ ਪਾਸਟ ਨੂੰ ਚੇਂਜ ਨਹੀਂ, ਫਿਊਚਰ ਨੂੰ ਅਸੀਂ ਚੇਂਜ ਕਰ ਸਕਦੇ ਹਾਂ। ਸੋ ਇਹ ਪੁਆਇੰਟ ਕਰ ਸਕਦੇ ਆ। ਇਹ ਪੁਆਇੰਟ ਜਿਹੜਾ ਆਪਣੇ ਇਹ ਵਾਲਾ ਪੁਆਇੰਟ ਹੁੰਦਾ, ਇਹ ਵਾਲਾ ਪੁਆਇੰਟ, ਹਾਂਜੀ ਪੈਨ, ਇਹ ਵਾਲਾ ਪ੍ਰੈਸ ਕਰਨਾ ਸ਼ੁਰੂ ਕਰੋ। ਇਹ ਵਾਲਾ ਤੁਸੀਂ ਦੇਖੋਗੇ ਇੱਥੇ ਟਿੱਕਾ ਵੀ ਤਦੀ ਲਾਇਆ ਜਾਂਦਾ, ਟਿੱਕਾ ਤਿਲਕ ਲਾਉਂਦੇ ਆ ਜਾਂ ਲੇਡੀਜ਼ ਬਿੰਦੀ ਲਾਉਂਦੀਆਂ, ਉਹੀ ਕਾਰਨ ਹੁੰਦਾ ਆ। ਸੋ ਇਹ ਵਾਲਾ ਤੁਸੀਂ ਜਦੋਂ ਪ੍ਰੈਸ਼ਰ ਕਰੋਗੇ, ਇਹ ਸਾਡੀ ਥਰਡ ਆਈ ਵੀ ਕਹਿ ਦਿੰਦੇ, ਇੱਥੇ ਨੇਤਰ ਥਰਡ ਆਈ, ਇਹ ਸਾਰੇ ਇਹਨੂੰ ਖੋਲ੍ਹਦਾ, ਇੱਕ ਹਿਸਾਬ ਨਾਲ ਸਰਕੂਲੇਸ਼ਨ ਹੁੰਦੀ ਹੈ ਨੀਚੇ ਨੂੰ ਉੱਪਰ ਨੂੰ। ਸੋ ਉਹ ਹੋ ਸਕਦਾ ਠੀਕ ਹੋ ਜਾਵੇ, ਬਟ ਅਸੀਂ ਕਹਿ ਨਹੀਂ ਸਕਦੇ ਕਿ ਬਸ ਸਟ੍ਰੈਸ ਨਹੀਂ ਆਊਗੀ। ਪਰ ਇਹ ਨਾ ਹੋਵੇ ਵੀ ਉਹ ਕਿਤੇ ਉਹ ਨਿਸ਼ਾਨ ਮਿਟ ਜੇ ਤੇ ਇੱਥੇ ਲਾਲ ਰੰਗ ਦਾ ਹੋਰ ਨਿਸ਼ਾਨ ਬਣ ਜੇ। ਬਸ ਉਹੀ ਆ ਕਿ ਉਹ ਜਿਹੜਾ ਕਰਨਾ ਆ, ਕਰਨ ਦਾ ਢੰਗ, ਇਹ ਨਹੀਂ ਕਿ ਤੁਸੀਂ ਹੁਣ ਜੇ ਪ੍ਰੈਸ਼ਰ ਪਾਉਣਾ ਆ ਤਾਂ ਬਿਲਕੁਲ ਪੂਰਾ ਪਾਈ ਰੱਖਣਾ, ਬਸ ਇਹਨੂੰ ਹਾਂ ਪ੍ਰੈਸ਼ਰ ਜਿੰਨਾ ਕੁ ਸਹਾਰ ਹੁੰਦਾ ਉਹਨਾਂ ਕੁ ਪ੍ਰੈਸ਼ਰ ਪਾ ਕੇ ਛੱਡ ਦੇਣਾ, ਠੀਕ ਹੈ ਜੀ। ਉਸ ਹਿਸਾਬ ਨਾਲ ਕਰਨਾ, ਇਹ ਨਹੀਂ ਕਿ ਤੁਸੀਂ ਪੱਕਾ ਹੀ ਲਾ ਕੇ ਕੁਝ ਬੰਨ ਕੇ ਰੱਖ ਲੈਣਾ, ਹੋਰ ਬਾਅਦ 'ਚ ਸਾਨੂੰ ਕਹੋਗੇ। ਧੰਨਵਾਦ, ਕਮਾਲ ਦੀ ਜਾਣਕਾਰੀ ਦਿੱਤੀ ਹੈ ਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਬਹੁਤ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਤੁਹਾਡਾ ਵੀ ਬਹੁਤ ਬਹੁਤ। ਤੇ ਇਹ ਜਿਹੀਆਂ ਵੀਡੀਓ ਤੁਹਾਡੇ ਨਾਲ ਬਣਦੀਆਂ ਰਹਿਣਗੀਆਂ ਤੇ ਬਸ ਇੱਕ ਹੀ ਰਿਕੁਐਸਟ ਆ, ਇਹਨਾਂ ਨੂੰ ਫੋਲੋ ਜ਼ਰੂਰ ਕਰਿਓ ਤੇ ਆਪਣੀ ਫੀਡਬੈਕ ਵੀ ਜ਼ਰੂਰ ਲਾਈਕ ਸ਼ੇਅਰ ਜ਼ਰੂਰ ਕਰੋ, ਕਿਉਂਕਿ ਜਦੋਂ ਤੁਸੀਂ ਇਹ ਵੰਡਾਂਗੇ ਤੇ ਤੁਹਾਨੂੰ ਵੀ ਸੀਸਾਂ ਮਿਲਣੀਆਂ। એનર્ਜੀ, ਕਾਸਮਿਕ એનર્ਜੀ ਸਾਰੀਆਂ ਕੰਮ ਕਰਦੀਆਂ, ਜਦੋਂ ਇਹ ਸਾਰੀਆਂ ਕੰਮ ਕਰਦੀਆਂ ਤਾਂ ਬਿਮਾਰੀ ਠੀਕ ਹੁੰਦੀ ਹੈ। ਸੋ ਸ਼ੇਅਰ ਕਰੋ ਜਿੰਨਾ ਵੀ ਸਪਰੈਡ ਕਰ ਸਕਦੇ ਆ ਹਰ ਫੈਮਿਲੀ ਮੈਂਬਰ ਤੱਕ। ਫ੍ਰੀ ਦੀ ਚੀਜ਼ ਆ, ਤੁਹਾਡੇ ਅੰਦਰ ਹੀ ਆ, ਅਸੀਂ ਕੁਛ ਨਹੀਂ ਦੇ ਰਹੇ, ਸਿਰਫ ਦੱਸਿਆ ਆਇਆ ਕਿ ਲੋਕੇਸ਼ਨ ਕਿੱਥੇ ਆ। ਬਸ ਅੱਗੇ ਤੋਂ ਅੱਗੇ ਇਹਨਾਂ ਨੂੰ ਸ਼ੇਅਰ ਕਰੋ। ਓਕੇ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਜੀ। ਮੈਡਮ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਸਮਾਂ ਦਿੱਤਾ ਹੈਗਾ ਤੇ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਚੋਭਾਂ ਬਰਦਾਸ਼ਤ ਕੀਤੀਆਂ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਗਗਨਦੀਪ ਜੀ। ਚੀਜ਼ਾਂ ਛੋਟੀਆਂ ਛੋਟੀਆਂ ਨੇ, ਪੁਆਇੰਟ ਦੱਬੇ ਨੇ। ਡਿਪਰੈਸ਼ਨ, ਮਾਈਗ੍ਰੇਨ, ਡਿਮੈਂਸ਼ੀਆ, ਭੁੱਲਣ ਦੀ ਬਿਮਾਰੀ, ਅੱਖਾਂ ਦੀ ਸਮੱਸਿਆ, ਮਾਈਗ੍ਰੇਨ, ਜਿਹੜਾ ਸਰਵਾਈਕਲ, ਰੀੜ੍ਹ ਦੀ ਹੱਡੀ ਦੇ ਮਣਕਿਆਂ ਦੀ ਸਮੱਸਿਆ, ਚੀਜ਼ਾਂ ਛੋਟੀਆਂ ਛੋਟੀਆਂ ਨੇ। ਕੁਛ ਦਿੱਤਾ ਨਹੀਂ ਦਵਾਈ, ਕੋਈ ਵਿੱਚੋਂ ਕੱਢ ਨਹੀਂ ਲਿਆ ਜਾਂ ਕੁਝ ਖਾਣ ਨੂੰ ਨਹੀਂ ਦਿੱਤਾ, ਸਿਰਫ ਇੱਕ ਜਗ੍ਹਾ ਦੇ ਉੱਤੇ ਕੁਛ ਦਬਾਅ ਪਾਇਆ ਜਿਹਦੇ ਨਾਲ ਜਿਹੜਾ ਉਹ ਬਾਡੀ ਦੀ ਸਰਕੂਲੇਸ਼ਨ, ਜਿਹੜੀ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਰੁਕੀ ਹੋਈ, ਤੇਜ਼ ਹੋ ਗਈ ਹੈ, ਜਾਂ ਫਿਰ ਕਿਤੇ ਕੁਛ ਬਲੱਡ ਜਿਹੜਾ ਉਹ ਬਲੌਕ ਹੋ ਗਿਆ, ਜਾਂ ਕੁਛ ਕਿਸੇ ਪਾਸੋਂ ਆ ਕੇ ਜ਼ਿਆਦਾ ਕੁਛ ਫਲੋ ਆ ਰਿਹਾ ਤਾਂ ਉਹ ਸਾਰਿਆਂ ਮੇਨਟੇਨ ਹੋ ਗਿਆ ਇੱਕ ਜਗ੍ਹਾ ਦੇ ਉੱਤੇ, ਸਾਰਾ ਕੁਝ ਸੈੱਟ ਹੋ ਗਿਆ। ਅਤੇ ਜਦੋਂ ਸੈੱਟ ਹੁੰਦਾ ਤੇ ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਸੈੱਟ ਹੋਣ ਲੱਗ ਜਾਂਦੀਆਂ ਨੇ। ਡਿਪਰੈਸ਼ਨ ਵੀ ਖਤਮ ਹੋ ਜਾਂਦਾ, ਮਾਈਗ੍ਰੇਨ ਵੀ ਖਤਮ ਹੋ ਜਾਂਦਾ, ਭੁੱਲਣ ਦੀ ਬਿਮਾਰੀ ਵੀ ਖਤਮ ਹੋ ਜਾਂਦੀ ਹੈ, ਸਰਵਾਈਕਲ ਵੀ ਖਤਮ ਹੋ ਜਾਂਦਾ, ਮਣਕਿਆਂ, ਰੀੜ੍ਹ ਦੀ ਹੱਡੀ ਦੇ ਮਣਕਿਆਂ ਦੀ ਜਿੱਥੇ ਸਮੱਸਿਆ ਆਈ ਹੁੰਦੀ ਹੈ ਉਹ ਵੀ ਠੀਕ ਹੋਣ ਲੱਗ ਜਾਂਦੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਸਭ ਤੋਂ ਪਹਿਲੀ ਰਿਕੁਐਸਟ ਇਹ ਹੈ ਕਿ ਅਸੀਂ ਇਹ ਸਾਰੀਆਂ ਵੀਡੀਓ ਆਪਣੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਦੇ ਉੱਤੇ ਵੀ ਸ਼ੇਅਰ ਕਰਦੇ ਹਾਂ। ਉਸ ਨਿਊਜ਼ ਏਸ਼ੀਆ ਪੰਜਾਬੀ ਪੇਜ ਨੂੰ ਲਾਈਕ ਕਰੋ, ਫੋਲੋ ਕਰੋ, ਅਤੇ ਉਸ ਵੀਡੀਓਜ਼ ਨੂੰ ਵੀ ਜਿਹੜੀ ਆ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਕਿ ਇਹ ਇਲਾਜ ਪੱਧਤੀ ਜਿਹੜੀ ਆ ਉਹ ਘਰ ਘਰ ਪਹੁੰਚੇ, ਲੋਕਾਂ ਤੱਕ ਇਹ ਇਲਾਜ ਪਹੁੰਚਣ। ਦਵਾਈਆਂ ਖਾ ਖਾ ਕੇ ਨੁਕਸਾਨ ਕਰ ਰਹੇ ਨੇ, ਸਾਈਡ ਇਫੈਕਟ ਜਿਹੜੇ ਉਹਨਾਂ ਨੂੰ ਹੋ ਰਹੇ ਨੇ ਉਹਨਾਂ ਤੋਂ ਬਚਣ, ਆਪਣਾ ਫਾਈਨੈਂਸ਼ੀਅਲ ਨੁਕਸਾਨ ਕਰ ਰਹੇ ਨੇ, ਸਰੀਰ ਦਾ ਨੁਕਸਾਨ ਕਰ ਰਹੇ ਨੇ, ਆਪਣੇ ਤਰੱਕੀ ਦੀ ਰਾਹ ਦੇ ਵਿੱਚ ਜਿਹੜੀ ਰੁਕਾਵਟ ਹੋ ਰਹੀ ਆ ਉਹ ਸਾਰੀ ਦੂਰ ਹੋਵੇਗੀ। ਅਤੇ ਜੇਕਰ ਇਹ ਅਜਿਹਾ ਹੁੰਦਾ, ਸੌਖਾ ਇਲਾਜ ਕਰਕੇ ਇਨਸਾਨ ਆਪ ਹੀ ਠੀਕ ਹੋ ਜਾਂਦਾ ਘਰੇ ਬੈਠਾ ਹੀ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਸਾਡੀ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।